ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਰ ਨਾਮ ਮਾਗੂ ਚਰਨ ਲਾਗੂ, ਮਾਨ ਤਿਆਗੂ ਤੁਮ ਦਇਆ। ਕੰਤਹੁ ਨ ਪਾਵੋ ਸਰਣ ਪਾਵੋ, ਕਰਣਾ ਮੈਂ ਪ੍ਰਭ ਕਰ ਮਇਆ। ਸਮਰੱਥ ਅਗਤ ਅਪਾਰ ਨਿਰਮਲ, ਸੁਣੋ ਸੁਆਮੀ ਬਿਨਿਓ ਇਹੋ। ਕਰ ਜੋੜ ਨਾਨਕ ਦਾਨ ਮੰਗੈ, ਜਨਮ ਮਰਨ ਨਿਵਾਰ ਲਿਹੋ। ਕਰ ਜੋੜ ਨਾਨਕ ਦਾਨ ਮੰਗੈ, ਜਨਮ ਮਰਨ ਨਿਵਾਰ ਲਿਹੋ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਸਾਧ ਸਿੰਘ ਜੀਓ, ਆਓ ਦਾਸਾਂ ਦੀ ਹਾਜ਼ਰੀ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰੋ। ਫਤਿਹ ਅਰਜ਼ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਦੀ ਸੇਵਾ ਦੇ ਵਿੱਚ ਹੁਣ ਫਿਰ ਆਪ ਜੀ ਦੀ ਕਿਰਪਾ ਦੇ ਨਾਲ, ਨਿਰੰਕਾਰ ਦੀ ਕਿਰਪਾ ਦੇ ਨਾਲ ਆਪ ਜੀ ਦੇ ਕੋਲੋਂ ਅਸੀਸਾਂ ਲੈਣ ਵਾਸਤੇ ਆਪ ਜੀ ਦੇ ਅੱਗੇ ਫਿਰ ਆਏ ਹਾਂ। ਆਓ, ਜੋ ਚੱਲ ਰਹੀ ਸ੍ਰੀ ਰਾਗ ਦੀ ਵਾਰ ਹੈ, ਇਸ ਦੇ ਵਿੱਚੋਂ ਅਜੇ ਇਹ ਗਿਆਨ ਚੱਲ ਰਿਹਾ ਨਿਰੰਕਾਰ ਦੀ ਕਿਰਪਾ ਦੇ ਨਾਲ। ਕਰੋ ਕਿਰਪਾ, ਆਓ ਅਗਾਂਹ ਵੱਲ ਚਲੀਏ। ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਉੱਤੇ ਕੀ ਕਿਰਪਾ ਕਰ ਰਹੇ ਹਨ, ਕੀ ਗਿਆਨ ਦੇ ਰਹੇ ਨੇ ਇਹ ਜੀਵਨ ਦੀ ਬਾਜੀ ਨੂੰ ਜਿੱਤਣ ਲਈ। ਸ਼ਲੋਕ ਮਹਲਾ ਤੀਜਾ। ਸਤਿਗੁਰ ਸੇਵੈ ਆਪਣਾ, ਸੋ ਸਿਰ ਲੇਖੈ ਲਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ ਵੇ। ਸਤਿਗੁਰ ਸੰਸਾਰ ਨੂੰ ਆਖਦੇ ਨੇ ਵੀ ਜਿਹੜੇ ਉਹ ਪਤੀ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਦੇ ਨੇ, ਔਰ ਸੇਵਾ ਦਿਖਾਵੇ ਦੀ ਨਹੀਂ, ਸੇਵਾ ਉਹ ਜਿਹਦੇ ਨਾਲ ਮਨ ਨਿਰਮਲ ਹੋਵੇ, ਤਨ ਨਿਰਮਲ ਹੋਵੇ। ਸਤਿਗੁਰੂ ਕਹਿੰਦੇ ਨੇ ਜਿਹੜੇ ਇਸ ਤਰ੍ਹਾਂ ਦੇ ਪੁਰਸ਼ ਨੇ, ਉਹ ਇੱਥੇ ਜਦੋਂ ਸੇਵਾ ਕਰਦੇ ਨੇ, ਸਿਮਰਨ ਕਰਦੇ ਨੇ, ਉਹਨਾਂ ਦਾ ਸਿਰ ਲੇਖੇ ਦੇ ਵਿੱਚ ਲੱਗ ਜਾਂਦਾ ਹੈ। ਸਿਰ ਦਾ ਮਤਲਬ ਇੱਥੇ ਹੈ ਜੀਵਨ ਉਹਨਾਂ ਦਾ ਜਿਹੜਾ ਜਨਮ ਹੈ, ਉਹਦਾ ਜਿਹੜਾ ਇਹ ਜੀਵਨ ਹੈ, ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਦਰ ਦੇ ਉੱਤੇ ਪ੍ਰਵਾਨ ਹੋ ਜਾਂਦਾ ਤੇ ਉਹਨਾਂ ਦਾ ਆਇਆ ਹੋਇਆ ਇਹ ਸੰਸਾਰ ਦੇ ਉੱਤੇ ਜਨਮ ਸਫਲ ਹੋ ਜਾਂਦਾ ਹੈ। ਵਿੱਚੋਂ ਆਪ ਗਵਾਏ ਕੈ, ਰਹਿਣ ਸੱਚ ਲਿਵ ਲਾਏ। ਸਤਿਗੁਰ ਸੱਚੇ ਪਾਤਸ਼ਾਹ ਜੀ ਸੇਵਾ ਦੀ ਹੁਣ ਜਿਹੜੀ ਗੱਲ ਕਰ ਰਹੇ ਨੇ, ਉਹਦਾ ਇੱਕ ਆਪਾਂ ਨੂੰ ਗਿਆਨ ਦੇਣ ਲੱਗੇ ਨੇ। ਕਹਿੰਦੇ ਨੇ ਵਿੱਚੋਂ ਆਪ ਗਵਾਏ ਕੇ, ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਸ਼ਬਦ ਨੂੰ ਪ੍ਰਗਟ ਕਰ, ਫਿਰ ਸ਼ਬਦ ਦੇ ਵਿੱਚ ਮੈਂ ਮੇਰੀ ਖਤਮ ਕਰ ਦੇ, ਮੋਹ ਮਾਇਆ ਦੇ ਲੱਛਣ ਸਾਰੇ ਛੱਡ ਦੇ। ਇਸ ਤਰ੍ਹਾਂ ਤੂੰ ਜਿੱਥੇ ਦੇਖੇਗਾ ਉੱਥੇ ਅਕਾਲ ਪੁਰਖ ਹਰੀ ਪ੍ਰਮਾਤਮਾ ਦਾ ਹੀ ਤੈਨੂੰ ਰੂਪ ਦਿਸੇਗਾ। ਤੇ ਇਸ ਕਾਰਨ ਕਰਕੇ ਵਿੱਚੋਂ ਜਦੋਂ ਤੇਰੋਂ ਮੈਂ ਮੇਰੀ ਖਤਮ ਹੋ ਗਈ, ਹਉਮੈ ਦਾ ਰੋਗ ਤੇਰੇ ਕੋਲੋਂ ਦੂਰ ਹੋ ਗਿਆ, ਉਸ ਵੇਲੇ ਉਹ ਜੀਵ ਜਿਹੜੇ ਨੇ, ਜਿਹੜੇ ਇਸ ਆਪਣੇ ਜੀਵਨ ਦੀ ਬਾਜੀ ਨੂੰ ਜਿੱਤ ਲੈਂਦੇ ਨੇ, ਉਹ ਫਿਰ ਭਾਈ ਇਹ ਜਿਹੜਾ ਹੰਕਾਰ ਹੈ ਜਾਂ ਹੋਰ ਜਿਹੜੇ ਵਿਕਾਰ ਨੇ, ਉਹਨਾਂ ਦੇ ਕੋਲੋਂ ਬਚ ਜਾਂਦੇ ਨੇ। ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਤੋਂ ਬਚਾ ਲੈਂਦੇ ਨੇ, ਜਿਹੜੇ ਸੱਚੀ ਇੱਕ ਲਿਵ ਲਾ ਕੇ ਸੱਚਾ ਉੱਚਾ ਸੁੱਚਾ ਧਿਆਨ ਇੱਕ ਨਿਰੰਕਾਰ ਦੇ ਚਰਨਾਂ ਦੇ ਨਾਲ, ਸ਼ਬਦ ਦੇ ਨਾਲ ਜੋੜਦੇ ਹਨ। ਸਤਿਗੁਰ ਜਿਨੀ ਨ ਸੇਵਿਓ, ਤਿਨਾ ਬਿਰਥਾ ਜਨਮ ਗਵਾਏ। ਨਿਰੰਕਾਰ ਸੱਚੇ ਪਾਤਸ਼ਾਹ ਜੀ ਨਾਲ ਉਹਨਾਂ ਦੀ ਵੀ ਗੱਲ ਕਰਦੇ ਆਪਾਂ ਨੂੰ ਬਾਰ-ਬਾਰ ਗਿਆਨ ਦਿੰਦੇ ਨੇ। ਜਿਹੜੇ ਇਸ ਰਸਤੇ ਤੋਂ ਭੁੱਲੇ ਹੋਏ ਨੇ ਭਾਈ, ਜਿਨ੍ਹਾਂ ਨੇ ਸਤਿਗੁਰ ਦੀ ਕਦੀ ਸੇਵਾ ਨਹੀਂ ਕੀਤੀ, ਸਤਿਗੁਰ ਦੀ ਬੰਦਗੀ ਨਹੀਂ ਕੀਤੀ, ਉਹਨਾਂ ਦਾ ਇੱਥੇ ਸੰਸਾਰ ਤੇ ਆਉਣਾ ਨਿਫਲ ਹੈ, ਬੇਅਰਥ ਹੈ। ਉਹਨਾਂ ਦਾ ਇਹ ਸੰਸਾਰ ਦੇ ਉੱਤੇ ਜੀਵਨ, ਮਨੁੱਖਾ ਜੀਵਨ ਜਿਹੜਾ ਹੈ,
ਉਹ ਅਜਾਈ ਹੀ ਚਲਾ ਜਾਂਦਾ ਹੈ। ਨਾਨਕ ਜੋ ਤਿਸ ਭਾਵੈ ਸੋ ਕਰੇ, ਕਹਿਣਾ ਕਿਛੂ ਨਾ ਜਾਏ। ਨਿਰੰਕਾਰ ਜੀ ਗਿਆਨ ਦਿੰਦੇ ਨੇ, ਜੋ ਉਸ ਨੂੰ ਪਾਉਂਦਾ, ਪ੍ਰੀਤਮ ਨੂੰ, ਵਾਹਿਗੁਰੂ ਨੂੰ ਪਾਉਂਦਾ, ਉਹੀ ਇਤੋਂ ਸੰਸਾਰ ਦੇ ਉੱਤੇ ਹੋ ਰਿਹਾ। ਕਿਸੇ ਜੀਵ ਦੇ ਹੱਥ ਦੇ ਵਿੱਚ ਕੁਝ ਵੀ ਨਹੀਂ ਹੈ। ਮਹਿਲਾ ਤੀਜਾ ਮਨ ਵੇਕਾਰੀ ਵੇੜਿਆ, ਵੇਕਾਰਾ ਕਰਮ ਕਮਾਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦੂਜੇ ਸ਼ਲੋਕ 'ਚ ਕਹਿੰਦੇ ਨੇ, ਮਨ ਵੇਕਾਰੀ ਵੇੜਿਆ। ਵੇੜਿਆ ਕਹਿੰਦੇ ਨੇ ਘੇਰੇ ਹੋਏ ਨੂੰ। ਵਿਕਾਰਾਂ ਨੇ ਮਨ ਨੂੰ ਘੇਰਿਆ ਹੋਇਆ ਹੈ, ਉਸ ਨੂੰ ਆਪਣੇ ਕਾਬੂ ਕੀਤਾ ਹੋਇਆ, ਗੁਲਾਮ ਕੀਤਾ ਹੋਇਆ ਵਿਕਾਰਾਂ ਨੇ। ਜਿਹੜੇ ਵਿਕਾਰਾਂ ਦੀ ਆਪਾਂ ਬੇਅੰਤ ਵਾਰ ਗੱਲ ਕਰ ਚੁੱਕੇ ਹਾਂ ਤੇ ਬੇਅੰਤ ਵਾਰ ਗਾਹਾਂ ਜਾ ਕੇ ਕਰਾਂਗੇ ਵੀ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਜਿਹੜਾ ਵਿਕਾਰਾਂ ਨੇ ਜਿਸ ਮਨ ਨੂੰ ਘੇਰਿਆ, ਉਹ ਫਿਰ ਉਹਦੇ ਕੋਲੋਂ ਵਿਕਾਰਾਂ ਵਾਲੇ ਹੀ ਭੈੜੇ ਹੀ ਕਰਮ ਕਰਾਉਂਦਾ ਹੈ। ਹੁਣ ਦੇਖੋ, ਅਸੀਂ ਕਿਸੇ ਦੇ ਗੁਲਾਮ ਹੋਈਏ, ਅਸੀਂ ਕਿਸੇ ਦੀ ਅਧੀਨਗੀ ਕਰਦੇ ਹੋਈਏ, ਜਿਹੜਾ ਸਾਡਾ ਸ਼ਾਹ ਹੋਵੇ ਜਾਂ ਸਾਡਾ ਜਿਹੜਾ ਮਾਲਕ ਬਣਿਆ ਹੋਵੇ, ਜਿਹਦੀ ਅਸੀਂ ਨੌਕਰੀ ਕਰਦੇ ਹੋਈਏ, ਉਹ ਵੀ ਜੋ ਸਾਨੂੰ ਕਹੇਗਾ ਸਾਨੂੰ ਉਹ ਕਰਨਾ ਪਏਗਾ। ਜੇ ਅਸੀਂ ਉਹ ਨਾ ਕਰਾਂਗੇ ਤਾਂ ਫਿਰ ਭਾਈ ਉਹ ਸਾਡੀ ਇੱਕ ਨੌਕਰੀ ਵੀ ਚਲੀ ਜਾਂਦੀ ਹੈ। ਹੋਰ ਵੀ ਅਨੇਕਾਂ ਤਰ੍ਹਾਂ ਦੇ ਸਾਨੂੰ ਕਸ਼ਟ ਪ੍ਰਾਪਤ ਹੋ ਸਕਦੇ ਨੇ। ਪਰ ਇਸੇ ਤਰ੍ਹਾਂ ਇਹ ਜਿਹੜਾ ਮਨ ਹੈ, ਕਾਮ ਕ੍ਰੋਧ ਲੋਭ ਹੰਕਾਰ ਨੇ ਇਸ ਨੂੰ ਘੇਰਿਆ ਹੋਇਆ, ਪਕੜਿਆ ਹੋਇਆ, ਜਕੜਿਆ ਹੋਇਆ। ਇਹਦੇ ਕੋਲੋਂ ਉਹ ਕਰਮ ਕਰਵਾ ਰਹੇ ਹਨ ਜਿਹੜੇ ਕਿ ਪ੍ਰਮਾਤਮਾ ਦੇ ਕੋਲੋਂ ਸਾਡੀ ਦੂਰੀ ਪੈ ਰਹੀ ਹੈ, ਜਿਨ੍ਹਾਂ ਕਰਮਾਂ ਦੇ ਨਾਲ। ਦੂਜੇ ਭਾਏ ਅਗਿਆਨੀ ਪੂਜਦੇ, ਦਰਗਾਹ ਮਿਲੈ ਸਜਾਏ। ਪਰ ਜਿਹੜੇ ਨਹੀਂ ਸੋਚਦੇ, ਜਿਹੜੇ ਅਗਿਆਨੀ ਨੇ, ਹਨੇਰੇ ਦੇ ਵਿੱਚ ਹੀ ਬੈਠੇ ਹੋਏ ਨੇ, ਉਹ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਦੂਸਰਿਆਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ। ਭਾਵੇਂ ਉਹ ਪੱਥਰ ਦੀਆਂ ਮੂਰਤੀਆਂ ਹੀ ਹਨ, ਭਾਵੇਂ ਕਿਸੇ ਹੋਰ ਰੂਪ ਦੇ ਵਿੱਚ ਇਸ ਤਰ੍ਹਾਂ ਕੇ ਮੜੀਆਂ ਮਸਾਣਾ ਹੀ ਹਨ। ਜਦੋਂ ਵੀ ਉਹ ਇੱਕ ਨੂੰ ਛੱਡ ਕੇ ਦੂਸਰੇ ਦੇ ਮਗਰ ਜਾਂਦੇ ਨੇ, ਦੂਸਰੇ ਦੀ ਜਾ ਕੇ ਸੇਵਾ ਕਰਦੇ ਨੇ, ਉਹ ਭਾਈ ਅਗਿਆਨੀ ਪੁਰਸ਼ ਹੁੰਦੇ ਨੇ, ਜਿਹੜੇ ਕਿ ਹਨੇਰੇ ਦੇ ਵਿੱਚ ਰਹਿੰਦੇ ਨੇ, ਤੇ ਉਹਨਾਂ ਨੂੰ ਅੰਤ ਦੇ ਉੱਤੇ ਦਰਗਾਹ ਦੇ ਵਿੱਚ ਸਜ਼ਾ ਮਿਲਦੀ ਹੈ। ਆਤਮ ਦੇਵੋ ਪੂਜੀਐ, ਬਿਨ ਸਤਿਗੁਰ ਬੂਝ ਨਾ ਪਾਏ। ਸੰਸਾਰ ਦੇ ਜੀਵੋ, ਇਹ ਆਤਮਾ ਜਿਹੜੀ ਹੈ, ਇਸ ਨੂੰ ਪਰਮਾਤਮਾ ਨੇ ਚਾਨਣ ਦਿੱਤਾ ਹੈ, ਰੋਸ਼ਨੀ ਦਿੱਤੀ ਹੈ, ਗਿਆਨ ਦੀ ਰੋਸ਼ਨੀ ਦਿੱਤੀ ਹੈ। ਸੋ ਆਤਮਾ ਨੂੰ ਪਰਮਾਤਮਾ ਦਾ ਰੂਪ ਜਾਣ ਕਰਕੇ ਹੀ ਇਹਦੀ ਪੂਜਾ ਕਰਨੀ ਚਾਹੀਦੀ ਹੈ। ਸੋ ਇਹ ਜਿਹੜੀ ਪੂਜਾ ਹੈ ਜਾਂ ਇਹ ਜਿਹੜੀ ਬੰਦਗੀ ਹੈ, ਇਹ ਜਿਹੜੀ ਸੇਵਾ, ਇਹ ਸਤਿਗੁਰ ਸੱਚੇ ਪਾਤਸ਼ਾਹ ਦੇ ਕੋਲੋਂ ਗਿਆਨ ਲੈ ਤੋਂ ਬਗੈਰ ਸਾਨੂੰ ਇਹਦਾ ਗਿਆਨ ਨਹੀਂ ਹੁੰਦਾ। ਜਪ ਤਪ ਸੰਜਮ ਪਾਣਾ ਸਤਿਗੁਰੂ ਕਾ, ਕਰਮੀ ਪੱਲੇ ਪਾਏ। ਜਿਹੜਾ ਜਪ ਤਪ ਤੇ ਸੰਜਮ, ਜਪ ਕਰਨਾ, ਤਪ ਕਰਨਾ, ਸਾਧਨਾ ਕਰਨੀਆਂ, ਔਰ ਜਿਹੜੇ ਸੰਜਮ ਦਾ ਮਤਲਬ ਹੈ ਸਾਰੇ ਵਿਕਾਰਾਂ ਨੂੰ ਸੋਧ ਲੈਣਾ। ਇਹ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇ ਤਾਂ ਹੀ ਅਸੀਂ ਇਹ ਕਰ ਸਕਦੇ ਹਾਂ। ਸਤਿਗੁਰ ਕਾ ਕਰਮ ਪੱਲੇ ਪਾਏ। ਸਤਿਗੁਰ ਦੀ ਕਿਰਪਾ ਦੇ ਨਾਲ, ਜਿਹੜੀ ਕਿਰਪਾ ਅਸੀਂ ਉਹ ਅਕਾਲ ਪੁਰਖ ਕੋਲੋਂ ਲੈਂਦੇ ਹਾਂ, ਅਕਾਲ ਪੁਰਖ ਸਾਡੇ ਪੱਲੇ ਦੇ ਵਿੱਚ ਪਾ ਦਿੰਦਾ ਹੈ, ਉਹਦੇ ਨਾਲ ਜਿਹੜੇ ਅਸੀਂ ਇਹ ਜਪ ਤਪ ਸੰਜਮ ਦੇ ਸਾਧਨ ਕਰਦੇ ਹਾਂ, ਉਹ ਨਿਰੰਕਾਰ ਸੱਚੇ ਪਾਤਸ਼ਾਹ ਦੇ ਦਰ ਘਰ ਦੇ ਵਿੱਚ ਪ੍ਰਵਾਨ ਹੋ ਜਾਂਦੇ ਹਨ। ਨਾਨਕ ਸੇਵਾ ਸੁਰਤ ਕਮਾਵਣੀ, ਜੋ ਹਰ ਪਾਵੈ ਸੋ ਥਾਏ ਪਾਏ। ਵਾਹਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਹ ਜਪ ਤਪ ਸੰਜਮ ਤੇ ਭਾਣੇ ਦੇ ਵਿੱਚ ਰਹਿਣਾ, ਜਿਹੜੀ ਇਹ ਸੇਵਾ ਹੈ ਨਾ, ਇਹ ਅਕਾਲ ਪੁਰਖ ਨੂੰ ਚੰਗੀ ਲੱਗਦੀ ਹੈ, ਇਹ ਪ੍ਰਵਾਨ ਹੁੰਦੀ ਹੈ। ਤੇ ਨਾਲ ਮਹਾਰਾਜ ਇਸੇ ਕਰਕੇ ਕਹਿੰਦੇ ਨੇ, ਸਤਿਗੁਰ ਸੇਵਾ ਸੁਰਤ ਕਮਾਵਣੀ। ਜਿਹੜੀ ਹਰੀ ਪ੍ਰਮਾਤਮਾ ਦੀ ਸੇਵਾ ਇੱਕ ਲਗਨ ਦੇ ਨਾਲ, ਇੱਕ ਪ੍ਰੇਮ ਦੇ ਨਾਲ ਭਿੱਜ ਕੇ ਕਮਾਉਣੀ ਹੈ, ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਉਸ ਸੇਵਾ ਨੂੰ, ਉਸ ਬੰਦਗੀ ਨੂੰ ਕਬੂਲ ਕਰਦੇ ਹਨ। ਪੌੜੀ ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਦਾ ਸੁਖ ਹੋਵੇ ਦਿਨ ਰਾਤੀ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸੰਸਾਰ ਨੂੰ, ਕਹਿੰਦੇ ਹਰ ਹਰ ਨਾਮ ਜਪੋ ਮਨ ਮੇਰੇ। ਆਪਣੇ ਮਨ ਨੂੰ ਸਮਝਾਉਂਦੇ ਨੇ, ਪਰ ਗਿਆਨ ਦੇ ਰਹੇ ਨੇ, ਅਕਾਲ ਰੂਪ ਪ੍ਰਮਾਤਮਾ ਹਨ, ਸੰਸਾਰ ਨੂੰ ਸਮਝਾਉਂਦੇ ਨੇ, ਤੇ ਨਾਲ ਆਪਣਾ ਹਵਾਲਾ ਦੇ ਕੇ ਕਹਿੰਦੇ ਹਰ ਹਰ ਨਾਮ ਜਪੋ ਮਨ ਮੇਰੇ। ਹੇ ਮੇਰੇ ਮਨਾ,
ਉਸ ਪ੍ਰੀਤਮ ਵਾਹਿਗੁਰੂ ਅਕਾਲ ਪੁਰਖ ਦਾ ਹਰ ਵੇਲੇ ਨਾਮ ਜਪ, ਜਿਹਦੀ ਨਾਮ ਦੀ ਕਿਰਪਾ ਦੇ ਨਾਲ ਦਿਨ ਰਾਤ ਤੈਨੂੰ ਸੁਖ ਪ੍ਰਾਪਤ ਹੁੰਦਾ ਹੈ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ। ਇਹ ਮੇਰੇ ਮਨਾ ਹਰ ਵੇਲੇ ਉਹ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ, ਉਹਦੀ ਯਾਦ ਦੇ ਵਿੱਚ ਬੈਠਾ ਰਹਿ। ਹਰ ਵੇਲੇ ਉਹਦਾ ਸ਼ੁਕਰਾਨਾ ਕਰ, ਚਲਦਿਆਂ ਫਿਰਦਿਆਂ ਉੱਠਦਿਆਂ ਸੌਂਦਿਆਂ ਹਰ ਵੇਲੇ ਉਸ ਨੂੰ ਹੀ ਯਾਦ ਕਰ। ਕਿਹਨੂੰ? ਜਿਹਦੀ ਕਿਰਪਾ ਦੇ ਨਾਲ ਇਹ ਸਾਰੇ ਜਿਹੜੇ ਕਿਲਵਿਖ ਨੇ, ਜਿਹੜੇ ਸਾਡੇ ਵਿਕਾਰ ਨੇ, ਇਹ ਸਾਰੇ ਦੂਰ ਹੋ ਜਾਂਦੇ ਨੇ। ਸਾਡੇ ਪਾਪਾਂ ਦੇ ਪਾਪ ਜਿਹੜੇ ਹਨ ਉਹ ਵੀ ਸਾਡੇ ਲਾਗੇ ਨਹੀਂ ਆਉਂਦੇ, ਉਹ ਪਾਪ ਵੀ ਸਾਡੇ ਕੋਲੋਂ ਦੂਰ ਚਲੇ ਜਾਂਦੇ ਨੇ। ਉਹ ਪਾਪਾਂ ਤੋਂ ਵੀ ਅਸੀਂ ਕਰਨ ਤੋਂ ਸੁਚੇਤ ਹੋ ਜਾਂਦੇ ਹਾਂ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਦਾਲਦ ਦੁਖ ਭੁੱਖ ਸਭ ਲਹਿ ਜਾਤੀ। ਚਾਰ ਵੱਡੇ ਪਾਪ ਨੇ ਜਿਨ੍ਹਾਂ ਦਾ ਪਹਿਲਾਂ ਆਪ ਦੇ ਨਾਲ ਵਿਚਾਰ ਕਰ ਚੁੱਕੇ ਹਾਂ। ਸਿਰਫ ਇੱਥੇ ਟੂਕ ਮਾਤਰ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ, ਬ੍ਰਾਹਮਣ ਕੈਲੀ ਘਾਤ ਕਵੰਚਕਾ ਅਣਚਾਰੀ ਕਾ ਧਾਨ, ਇਹ ਚਾਰ ਵੱਡੇ ਪਾਪ ਹਨ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸਤਿਗੁਰ ਆਪਣੇ ਪਿਆਰੇ ਨੂੰ, ਆਪਣੇ ਗੁਰਸਿੱਖ ਨੂੰ ਇਹਨਾਂ ਸੁਚੇਤ ਕਰ ਦਿੰਦੇ ਨੇ ਔਰ ਇਸ ਪਾਪਾਂ ਤੋਂ ਉਹ ਬਚਿਆ ਰਹਿੰਦਾ ਹੈ। ਹਰ ਹਰ ਨਾਮ ਜਪੋ ਮਨ ਮੇਰੇ, ਇਹ ਮੇਰੇ ਮਨਾ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਹਰ ਵੇਲੇ ਨਾਮ ਦੀ ਅਰਾਧਨਾ ਕਰਤ, ਜਿਤ ਦਾਲਦ ਦੁੱਖ ਭੁੱਖ ਸਭ ਲੈ ਜਾਤੀ। ਕਹਿੰਦੇ ਜਿਹਦੇ ਕਾਰਨ ਕਰਕੇ ਤੇਰਾ ਦਰਿਦਰ ਆਲਸਪੁਣਾ ਉਹ ਵੀ ਖਤਮ ਹੋ ਜਾਂਦਾ, ਤੇਰੇ ਦੁੱਖ ਸਾਰੇ ਨਿਵਰਤ ਹੋ ਜਾਂਦੇ ਨੇ, ਸਾਰੀਆਂ ਤੇਰੀਆਂ ਭੁੱਖਾਂ ਖਤਮ ਨਿਰੰਕਾਰ ਵਾਹਿਗੁਰੂ ਜੀ ਕਰ ਦਿੰਦੇ ਹਨ। ਹਰ ਹਰ ਨਾਮ ਜਪੋ ਮਨ ਮੇਰੇ, ਮੁਖ ਗੁਰਮੁਖ ਪ੍ਰੀਤ ਲਗਾਤੀ। ਮੇਰੇ ਮਨਾ ਉਸ ਪ੍ਰੀਤਮ ਦੇ ਨਾਮ ਨੂੰ ਆਰਾਧਨਾ ਕਰ, ਇੱਕ ਅਕਾਲ ਪੁਰਖ ਦੀ, ਜਿਹਦੀ ਕਿਰਪਾ ਦੇ ਨਾਲ ਜਿਸ ਵੇਲੇ ਅਸੀਂ ਉਹਦੇ ਨਾਲ ਸੱਚੀ ਪ੍ਰੀਤ ਪਾ ਲੈਂਦੇ ਹਾਂ, ਸੱਚੀ ਪ੍ਰੀਤ ਸਾਡੀ ਉਹਦੇ ਨਾਲ ਮਿਲ ਜਾਂਦੀ ਹੈ। ਨਿਰੰਕਾਰ ਸੱਚੇ ਪਾਤਸ਼ਾਹ ਜੀ ਸਾਨੂੰ ਉੱਚ ਉੱਤਮ ਪਦਵੀ ਗੁਰਮੁਖਾਂ ਵਾਲੀ ਦੇ ਦਿੰਦੇ ਹਨ। ਜਿਤ ਮੁਖ ਭਾਗ ਲਿਖਿਆ ਤੁਰ ਸਾਚੈ, ਹਰ ਤਿਤ ਮੁਖ ਨਾਮ ਜਪਾਤੀ। ਪਰ ਸੰਸਾਰ ਦੇ ਜੀਵੋ ਖਿਆਲ ਰੱਖਿਓ, ਜਿਨ੍ਹਾਂ ਦੇ ਮੱਥੇ ਦੇ ਉੱਤੇ ਧੁਰੋਂ ਸਤਿਗੁਰ ਸੱਚੇ ਪਾਤਸ਼ਾਹ ਨੇ ਉੱਚੇ ਸੁੱਚੇ ਲੇਖ ਲਿਖੇ ਨੇ, ਜਿਨ੍ਹਾਂ ਨੂੰ ਉਹ ਲੇਖ ਉਜਾਗਰ ਕਰਨ ਦਾ ਨਿਰੰਕਾਰ ਦੀ ਕਿਰਪਾ ਦੇ ਨਾਲ, ਸੇਵਾ ਸਿਮਰਨ ਨਾਲ ਜਾਚ ਆ ਗਈ, ਉਹੀ ਇਦੂ ਸੰਸਾਰ ਦੇ ਉੱਤੇ ਜਿਹੜਾ ਮੁਖ ਹੈ ਉਹੀ ਮੁਖ ਪਵਿੱਤਰ ਹੈ, ਜਿਹਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਧੁਰੋਂ ਲਿਖੇ ਹੋਏ ਕਰਮਾਂ ਦੇ ਨਾਲ ਦੀ ਕਿਰਪਾ ਦੇ ਨਾਲ ਇਸ ਨਾਮ ਜਪਣ ਦੀਆਂ ਵਿਧੀਆਂ ਸਿਖਾ ਦਿੱਤੀਆਂ। ਸ਼ਲੋਕ ਮਹਲਾ ਤੀਜਾ, ਸਤਿਗੁਰੂ ਜਿਨੀ ਨ ਸੇਵਿਓ, ਸ਼ਬਦ ਨ ਕੀਤੋ ਵਿਚਾਰ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਪੂਰੇ ਵਾਹਿਗੁਰੂ ਦੀ ਸੇਵਾ ਨਹੀਂ ਕੀਤੀ, ਸ਼ਬਦ ਦੇ ਨਾਲ ਵਿਚਾਰ ਨਹੀਂ ਕੀਤੀ, ਅੰਤਰ ਗਿਆਨ ਨ ਆਇਓ, ਮਿਰਤਕ ਹੈ ਸੰਸਾਰ। ਉਹ ਤਾਂ ਸੰਸਾਰ ਦੇ ਉੱਤੇ ਇਦਾਂ ਜੀਂਦੇ ਜ਼ਰੂਰ ਦੱਸਦੇ ਨੇ, ਪਰ ਅੰਦਰੋਂ ਮਰ ਚੁੱਕੇ ਨੇ, ਆਤਮਾ ਉਹਨਾਂ ਦੀ ਕਣਾਲ ਗਈ ਹੈ, ਮਰ ਚੁੱਕੀ ਹੈ, ਅੰਦਰ ਉਹਨਾਂ ਦੇ ਗਿਆਨ ਨਹੀਂ ਆਇਆ ਉਹ ਪ੍ਰਭੂ ਦਾ, ਉਸ ਪ੍ਰਭੂ ਨੂੰ ਯਾਦ ਨਹੀਂ ਕੀਤਾ, ਉਹਦਾ ਸ਼ੁਕਰਾਨਾ ਨਹੀਂ ਕੀਤਾ ਜਿਸ ਨੇ ਸਾਰੀਆਂ ਦਾਤਾਂ ਦਿੱਤੀਆਂ। ਸੋ ਇਸ ਕਰਕੇ ਉਹ ਤਾਂ ਇਦੂ ਸੰਸਾਰ ਦੇ ਉੱਤੇ ਮੁਰਦੇ ਦੇ ਤੁਲ ਹਨ। 184 ਫੇਰ ਪਿਆ, ਮਰ ਜੰਮੈ ਹੋਏ ਖੁਆਰ। ਨਾਲ ਮਹਾਰਾਜ ਕਹਿੰਦੇ ਨੇ, ਨਾਲ ਜਿਸ ਵੇਲੇ ਬਚਨ ਇਹ ਕਰਦੇ ਨੇ ਵੀ ਉਹ ਮ੍ਰਿਤਕ ਦੀ ਤਰ੍ਹਾਂ ਹੈ। ਨਾਲ ਕਹਿੰਦੇ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ, ਜੇ ਪ੍ਰੀਤ ਨਾਹੀਂ ਭਗਵੰਤ। ਉਹ ਅੰਦਰੋਂ ਵੀ ਮਰਿਆ ਵਾਂਗੂ ਹੀ ਹਨ ਤੇ ਬਾਹਰ ਵੀ ਉਹਨਾਂ ਦਾ ਕੋਈ ਇਦੂ ਸੰਸਾਰ ਦੇ ਉੱਤੇ ਜੀਵਨ ਦਾ ਕੋਈ ਲਾਭ ਨਹੀਂ ਹੁੰਦਾ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਕਹਿੰਦੇ ਨੇ? ਕਹਿੰਦੇ 184 ਇਸ ਤਰ੍ਹਾਂ ਦੇ ਜਿਹੜੇ ਜੀਵ ਨੇ ਉਹ ਫਿਰ 184 ਦੇ ਗੇੜੇ ਦੇ ਵਿੱਚ ਪੈ ਜਾਂਦੇ ਨੇ ਤੇ ਜੰਮਣ ਮਰਨ ਦੇ ਵਿੱਚ ਪੈ ਜਾਂਦੇ ਨੇ ਤੇ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਖੁਆਰ ਹੁੰਦਾ ਹੈ, ਖਰਾਬ ਹੁੰਦਾ, ਬੇਅੰਤ ਭਿਆਨਕ ਜੂਨਾਂ ਦੇ ਵਿੱਚ ਉਹ ਆਉਂਦੇ ਹਨ। ਸਤਿਗੁਰ ਕੀ ਸੇਵਾ ਸੋ ਕਰੇ, ਜਿਸਨੂੰ ਆਪ ਕਰਾਏ ਸੋਏ। ਨਿਰੰਕਾਰ ਦੀ ਸੇਵਾ ਵੀ ਉਹੀ ਕਰ ਸਕਦਾ ਜਿਹਦੇ ਉੱਤੇ ਸਤਿਗੁਰ ਜੀ ਕਿਰਪਾ ਕਰਦੇ ਨੇ, ਜਿਹਦੇ ਉੱਤੇ ਰਹਿਮ ਕਰਦੇ ਨੇ, ਜਿਹਦੇ ਪੂਰਬਲੇ ਲਿਖੇ ਲੇਖ ਉਜਾਗਰ ਹੁੰਦੇ ਹਨ। ਸਤਿਗੁਰ ਵਿੱਚ ਨਾਮ ਨਿਦਾਨ ਹੈ, ਕਰਮ ਪ੍ਰਾਪਤ ਹੋਏ। ਵਾਹਿਗੁਰੂ ਦੇ ਕੋਲ, ਉਸ ਸਤਿਗੁਰ ਸੱਚੇ ਪਾਤਸ਼ਾਹ ਦੇ ਕੋਲ ਨਾਮ ਦਾ ਖਜ਼ਾਨਾ ਹੈ, ਪਰ ਪ੍ਰਾਪਤ ਉਹਨਾਂ ਨੂੰ ਹੁੰਦਾ
ਜਿਹੜੇ ਸ਼ੁਭ ਕਰਮ ਕਰਦੇ ਨੇ, ਜਿਹੜੇ ਸ਼ੁਭ ਕਰਮ ਕਰਕੇ ਪਿਛਲੇ ਲਿਖੇ ਹੋਏ ਔਗਣਾਂ ਦੇ ਲੇਖ ਉਹਨਾਂ ਨੂੰ ਸਾੜ ਫੂਕ ਦਿੰਦੇ ਹਨ। ਸ਼ੁਭ ਕਰਮ ਕਹਿੰਦੇ ਨੇ, ਉੱਚੇ ਕਰਮ ਕਰਨੇ ਸ਼ੁਰੂ ਹੋ ਜਾਂਦੇ, ਉਹਨਾਂ ਨੂੰ ਨਿਰੰਕਾਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇਹ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ। ਸੱਚ ਰਤੇ ਗੁਰ ਸ਼ਬਦ ਸਿਓ ਤਿਨ ਸੱਚੀ ਸਦਾ ਲਿਵ ਹੋਏ। ਸੱਚ ਰਤੇ ਗੁਰ ਸ਼ਬਦ ਸਿਓ, ਉਹ ਜਿਹੜੇ ਮਨੁੱਖ ਨੇ, ਉਹ ਜਿਹੜੇ ਜੀਵ ਆਤਮਾਵਾਂ ਨੇ, ਉਹ ਸਦਾ ਹੀ ਸੱਚੇ ਵਾਹਿਗੁਰੂ ਦੇ ਸ਼ਬਦ ਦੇ ਵਿੱਚ ਰੰਗੇ ਹੋਏ ਨੇ। ਉਹ ਰੰਗ ਸ਼ਬਦ ਦੇ ਵਿੱਚ ਰੰਗੇ ਹੋਏ ਨੇ। ਕੌਣ? ਜਿਨ੍ਹਾਂ ਨੇ ਸਦਾ ਸੱਚੀ ਇੱਕ ਲਿਵ, ਇੱਕ ਓਟ, ਇੱਕ ਆਸਰਾ, ਉਹ ਅਕਾਲ ਪੁਰਖ ਨੂੰ ਹੀ ਜਾਣਿਆ। ਨਾਨਕ ਜਿਸਨੋ ਮਿਲੈ ਨਾ ਵਿਛੜੈ ਸਹਿਜ ਸਮਾਵੈ ਸੋਏ। ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਇਸ ਤਰ੍ਹਾਂ ਦੇ ਜਿਹੜੇ ਜੀਵ ਨੇ, ਜਿਸ ਵੇਲੇ ਫਿਰ ਉਹ ਮੈਂ ਮੇਰੀ ਖਤਮ ਕਰਕੇ ਸ਼ਬਦ ਦੇ ਵਿੱਚ ਅਭੇਦ ਹੋ ਜਾਂਦੇ ਨੇ, ਸ਼ਬਦ ਦੀ ਕਿਰਪਾ ਦੇ ਨਾਲ ਉਹ ਵਾਹਿਗੁਰੂ ਪ੍ਰੀਤਮ ਦੇ ਵਿੱਚ ਵੀ ਅਭੇਦ ਹੋ ਜਾਂਦੇ ਨੇ, ਉਹਦੇ ਵਿੱਚ ਜਾ ਕੇ ਸਮਾ ਜਾਂਦੇ ਨੇ। ਪਰ ਇੱਕ ਵਾਰ ਜਿਸ ਵੇਲੇ ਉਹ ਪ੍ਰਮਾਤਮਾ ਦੇ ਨਾਲ ਸਮਾ ਜਾਂਦੇ ਨੇ, ਜੋਤ ਦੇ ਵਿੱਚ ਜੋਤੀ ਰਲ ਜਾਂਦੀ ਹੈ, ਫਿਰ ਭਾਈ ਉਹ ਕਦੀ ਵਿਛੜਦੇ ਨਹੀਂ। ਮਹਿਲਾ ਤੀਜਾ ਸੋ ਭਗਉਤੀ ਜੋ ਭਗਵੰਤ ਜਾਣੈ। ਨਾਲ ਦੀ ਲਾਣੀ ਪੜੋ। ਗੁਰ ਪ੍ਰਸਾਦੀ ਆਪ ਪਛਾਣੈ। ਹੁਣ ਇੱਥੇ ਇਹ ਦੋ ਤੁਕਾਂ ਦੇ ਅਰਥ ਜਿਹੜੇ ਇਕੱਠੇ ਹੋਣਗੇ ਇਦੂ ਮਹੱਲੇ ਦੇ ਵਿੱਚ, ਇਦੂ ਸ਼ਲੋਕ ਦੇ ਵਿੱਚ ਮਹਾਰਾਜ ਕਹਿੰਦੇ ਨੇ ਵੀ ਉਹ ਭਗਵਤੀ ਕਹਿੰਦੇ ਨੇ ਜਿਹੜਾ ਭਗਤੀ ਦੇ ਮਾਰਗ ਦੇ ਉੱਤੇ ਚੱਲ ਰਿਹਾ ਜੀਵ ਹੁੰਦਾ ਹੈ। ਔਰ ਵੈਸੇ ਇੱਕ ਭਗਵਤੀ ਹੋਰ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਦੇ ਅਰਥ ਕੀਤੇ ਨੇ ਕਿ ਜਿਹੜੇ ਕਿ ਦੇਵਤਿਆਂ ਦੇ ਮੋਹਰੇ ਨੱਚਣ ਵਾਲੇ ਨੇ, ਉਹਨਾਂ ਨੂੰ ਵੀ ਭਗਵਤੀ ਦੇ ਰੂਪ ਦੇ ਵਿੱਚ ਮਹਾਰਾਜ ਨੇ ਉਚਾਰਨ ਕੀਤਾ ਹੈ। ਪਰ ਇੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਗੱਲ ਕਰਦੇ ਨੇ ਜਿਹੜੇ ਭਗਤੀ ਦੇ ਮਾਰਗ ਨੂੰ ਪਛਾਣ ਲੈਂਦੇ ਨੇ। ਕਹਿੰਦੇ ਭਗਤੀ ਦੇ ਮਾਰਗ ਦਾ ਗਿਆਨ ਉਹਨਾਂ ਨੂੰ ਹੀ ਹੁੰਦਾ ਹੈ ਜਿਹੜੇ ਭਗਵੰਤ ਅਕਾਲ ਪੁਰਖ ਸੱਚੇ ਪਾਤਸ਼ਾਹ ਨੂੰ ਜਾਣ ਲੈਂਦੇ ਨੇ। ਪਰ ਜਾਣਦੇ ਕਿੱਦਾਂ? ਗੁਰ ਪ੍ਰਸਾਦੀ ਆਪ ਪਛਾਣੇ। ਸਭ ਤੋਂ ਪਹਿਲਾਂ ਆਪਣੇ ਆਪ ਨੂੰ ਗੁਰੂ ਦੀ ਕਿਰਪਾ ਦੇ ਨਾਲ ਪਛਾਣ ਲੈਂਦੇ ਨੇ ਕਿ ਪਤੀ ਪ੍ਰਮਾਤਮਾ ਵਾਹਿਗੁਰੂ ਦੂਰ ਬਾਹਰ ਨਹੀਂ ਹੈ, ਮੇਰੇ ਅੰਦਰ ਹੀ ਬੈਠਾ ਹੋਇਆ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਹਿੰਦੇ ਨੇ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ। ਹੁਣ ਭਗਵਤੀ ਭਗਤੀ ਕਰਨ ਵਾਲੇ ਦੇ ਮਹਾਰਾਜ ਲੱਛਣ ਲਿਖਦੇ ਨੇ। ਤੁਸੀਂ ਸੁਖਮਨੀ ਸਾਹਿਬ ਪੜ੍ਹਦੇ ਹੋ, ਸੁਖਮਨੀ ਸਾਹਿਬ ਦਾ ਜਾਪ ਨਿਤਨੇਮ ਵੀ ਕਰਨ ਵਾਲੇ ਹੋ, ਉਹਦੇ ਵਿੱਚ ਥੋੜਾ ਜਿਹਾ ਐਨ ਧਿਆਨ ਲਾ ਕੇ ਪੜ੍ਹਿਓ, ਉਹਦੇ ਵਿੱਚੋਂ ਤੁਹਾਨੂੰ ਇਹ ਭਗਤੀ ਦੇ ਮਾਰਗ ਦੇ ਸਾਰੇ ਲੱਛਣ ਪ੍ਰਾਪਤ ਹੋ ਜਾਣਗੇ। ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ। ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ। ਸਾਧ ਸੰਗ ਪਾਪਾ ਮਲ ਧੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੇ। ਭਗਵੰਤ ਕੀ ਟਹਿਲ ਕਰੇ ਨਿਤਨੀਤ ਮਨ ਤਨ ਅਰਪੈ ਬਿਸਨ ਪ੍ਰੀਤ। ਬਿਸਨ ਤੇ ਵਾਹਿਗੁਰੂ ਨੂੰ ਆਖਿਆ ਹੈ। ਹਰ ਕੇ ਚਰਨ ਹਿਰਦੇ ਵਸਾਵੇ। ਹੁਣ ਉਹ ਸ਼ਬਦ ਜਿਹੜਾ ਵਾਹਿਗੁਰੂ ਵੱਲੋਂ ਕਿਰਪਾ ਹੋਈ ਹੈ ਉਸ ਨੂੰ ਹਿਰਦੇ ਦੇ ਵਿੱਚ ਟਿਕਾ ਲਵੇ ਜੀਵ, ਤਾਂ ਉਹ ਭਗਵਤੀ ਉਹ ਭਗਵੰਤ ਨੂੰ ਜਾਣ ਸਕਦਾ ਹੈ। ਉਹ ਭਗਤੀ ਦਾ ਉਹਨੂੰ ਮਾਰਗ ਦਾ ਪਤਾ ਲੱਗ ਜਾਂਦਾ। ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ। ਇਸ ਤਰ੍ਹਾਂ ਦੀ ਭਗਤੀ ਕਰਨ ਵਾਲਾ ਜਿਹੜਾ ਜੀਵ ਹੈ ਉਹ ਪ੍ਰਮਾਤਮਾ ਅਕਾਲ ਪੁਰਖ ਦੇ ਮਨ ਨੂੰ ਪਾ ਜਾਂਦਾ ਹੈ। ਤਾਵਤ ਰਾਖੈ ਇਕਤ ਕਰ ਆਣੈ ਜੀਵਤ ਮਰੈ ਹਰ ਨਾਮ ਵਖਾਣੈ। ਧਾਵਤ ਦਾ ਮਤਲਬ ਹੁੰਦਾ ਨੱਠਣਾ ਭੱਜਣਾ। ਇਹ ਮਨ ਜਿਹੜਾ ਨਾ ਇਹ ਹਰ ਵੇਲੇ ਨੱਠਾ ਭੱਜਿਆ ਫਿਰਦਾ ਰਹਿੰਦਾ ਨਾ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਧਾਵਤ ਰਾਖੇ, ਇਹ ਮਨ ਨੂੰ ਦੀ ਦੌੜ ਭੱਜ ਖਤਮ ਕਰੇ ਤੇ ਉਸ ਮਨ ਨੂੰ ਕਾਬੂ ਕਰਕੇ ਸਹੀ ਘਰ ਦੇ ਵਿੱਚ, ਅਸਲੀ ਘਰ ਦੇ ਵਿੱਚ ਉਸ ਨੂੰ ਟਿਕਾ ਦੇਵੇ, ਉਸ ਮਨ ਨੂੰ ਬਹਿਣ ਦੀ ਜਾਚ ਸਿਖਾ ਦੇਵੇ। ਤੇ ਵੇ ਜੀਵਤ ਮਰੈ ਹਰ ਨਾਮ ਬਖਾਣੇ। ਵੇ ਇਸ ਤਰ੍ਹਾਂ ਦਾ ਜਿਹੜਾ ਜੀਵ ਹੈ ਉਹ ਸ਼ਬਦ ਦੇ ਵਿੱਚ ਭਾਈ ਮਰ ਜਾਂਦਾ ਹੈ, ਮੈਂ ਮੇਰੀ ਉਹਦੇ ਅੰਦਰੋਂ ਖਤਮ ਹੋ ਜਾਂਦੀ ਹੈ। ਤੇ ਜਿੱਥੇ ਵੀ ਉਹ ਬੈਠਦਾ ਹੈ, ਜਿੱਥੇ ਵੀ ਉਹ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਉਸ ਦੇ ਉੱਤੇ ਉਹਨੂੰ ਗਿਆਨ ਦਿੰਦੇ ਨੇ, ਉਹ ਹਰ ਜਗ੍ਹਾ ਦੇ ਉੱਤੇ ਉਹ ਅਕਾਲ ਪੁਰਖ ਦੀ ਸਿਫਤ ਸਲਾਹ ਤੇ ਨਾਮ ਦੀ ਹੀ ਆਰਾਧਨਾ ਉੱਥੇ ਬੈਠ ਕੇ ਕਰਦਾ ਹੈ। ਐਸਾ ਜੀਵ ਜਿਹੜਾ ਕਿ ਸ਼ਬਦ ਦੇ ਵਿੱਚ ਮਰ ਜਾਂਦਾ ਹੈ, ਮੈਂ ਮੇਰੀ ਖਤਮ ਕਰ ਦਿੰਦਾ ਹੈ। ਐਸਾ ਭਗਉਤੀ ਉੱਤਮ ਹੋਏ ਨਾਨਕ ਸੱਚ ਸਮਾਵੈ ਸੋਏ। ਇਸ ਤਰ੍ਹਾਂ ਦੀ ਬੰਦਗੀ ਕਰਨ ਵਾਲਾ ਜੀਵ ਇਸ ਸੰਸਾਰ ਤੇ ਸਭ ਤੋਂ ਉੱਤਮ ਹੈ, ਪਵਿੱਤਰ ਹੈ, ਨਿਰਮਲ ਹੈ।
ਤੇ ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਨਕ ਸੱਚ ਸਮਾਵੇ ਸੋਏ। ਉਹ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਸ਼ਬਦ ਦੇ ਵਿੱਚ ਅਭੇਦ ਹੋ ਕੇ ਪ੍ਰਮਾਤਮਾ ਦੇ ਵਿੱਚ ਵੀ, ਸੱਚੇ ਵਾਹਿਗੁਰੂ ਦੇ ਵਿੱਚ ਵੀ ਅਭੇਦ ਹੋ ਜਾਂਦੇ ਹਨ। ਮਹਿਲਾ ਤੀਜਾ ਅੰਤਰ ਕਪਟ ਭਗਉਤੀ ਕਹਾਏ, ਪਾਖੰਡ ਪਾਰ ਭ੍ਰਮ ਕਦੇ ਨਾ ਪਾਏ। ਪਰ ਕਈ ਵਾਰ ਕੀ ਹੁੰਦਾ ਹੈ, ਅਸੀਂ ਬਾਹਰੋਂ ਤਾਂ ਬਹੁਤ ਉੱਚੇ ਤੇ ਸੁੱਚੇ ਧਰਮੀ ਖਵਾਉਣ ਲੱਗ ਪੈਂਦੇ ਨੇ, ਭਗਤ ਖਵਾਉਣ ਲੱਗ ਪੈਂਦੇ ਆ, ਬੜੀ ਕਮਾਈ ਸੋਚਦੇ ਆ, ਪਤਾ ਨਹੀਂ ਲੋਕ ਸਾਡੀ ਕਿੰਨੀ ਉੱਚੀ ਤੇ ਸੁੱਚੀ ਕਮਾਈ ਹੁੰਦੀ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਾਹਰੋਂ ਤਾਂ ਉਹ ਆਪਣੇ ਆਪ ਨੂੰ ਭਗਤ ਖਵਾਉਂਦੇ ਨੇ ਔਰ ਬੰਦਗੀ ਕਰਨ ਵਾਲੇ ਖਾਉਂਦੇ ਨੇ, ਪਰ ਪਾਖੰਡ ਭਰਮਨ ਕਦੇ ਨਾ ਪਾਏ। ਪਰ ਅੰਦਰ ਉਹਨਾਂ ਦੇ ਪਖੰਡ ਹੁੰਦਾ ਹੈ, ਅੰਦਰ ਉਹਨਾਂ ਦੇ ਮਾਇਆ ਦਾ ਕੁੱਤਾ ਉਸੇ ਤਰ੍ਹਾਂ ਹੀ ਭੌਂਕੀ ਜਾਂਦਾ ਹੈ, ਆਪਣੀ ਵਡਿਆਈ ਦਾ ਕੁੱਤਾ ਉਹਨਾਂ ਦੇ ਅੰਦਰ ਇਸੇ ਤਰ੍ਹਾਂ ਭੌਂਕੀ ਜਾਂਦਾ ਹੈ, ਲੋਭੀ ਕੁੱਤਾ ਅੰਦਰ ਉਸੇ ਤਰ੍ਹਾਂ ਹੀ ਭੌਂਕੀ ਜਾਂਦਾ ਹੈ। ਪਰ ਨਿੰਦਾ ਕਰੇ ਅੰਤਰ ਮਲ ਲਾਏ, ਬਾਹਰ ਮਲ ਧੋਵੈ ਮਨ ਕੀ ਝੂਠ ਨਾ ਜਾਏ। ਦੂਸਰਿਆਂ ਦੀ ਨਿੰਦਾ ਹੀ ਕਰੀ ਜਾਵੇ, ਸੰਗਤ ਦੇ ਵਿੱਚ ਬੈਠਾ ਹੋਵੇ, ਭਾਵੇਂ ਉੱਚੀ ਸਟੇਜ ਲਾ ਕੇ ਬੈਠਾ ਹੋਵੇ, ਤਾਂ ਉਹ ਦੂਸਰਿਆਂ ਦੀ ਨਿੰਦਾ ਹੀ ਕਰੀ ਜਾਵੇ, ਵੀ ਆਪਣੇ ਆਪ ਨੂੰ ਵਡਿਆਈ ਜਾਵੇ। ਇਸ ਤਰ੍ਹਾਂ ਦੇ ਜਿਹੜੇ ਅੱਜ ਅਨੇਕਾਂ ਜੇਲ੍ਹਾਂ ਦੇ ਵਿੱਚ ਬੈਠੇ ਨੇ, ਜਿਨ੍ਹਾਂ ਨੂੰ ਕੋਈ ਪੁੱਛਦਾ ਤੱਕ ਨਹੀਂ ਹੈ। ਇਸ ਕਾਰਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਉਹ ਦੂਸਰਿਆਂ ਦੀ ਨਿੰਦਾ ਕਰ ਕਰਕੇ ਉਹ ਜਿਹੜੀ ਅੰਦਰ ਮੈਲ ਚੜੀ ਹੋਈ ਸੀ ਪਹਿਲਾਂ ਉਹਨੂੰ ਹੋਰ ਚਾੜੀ ਜਾਂਦੇ ਨੇ। ਉਹ ਨਿੰਦਿਆ ਕਰ ਕਰਕੇ ਦੂਸਰਿਆਂ ਦੇ ਪਾਪਾਂ ਦੀਆਂ ਗੰਢਾਂ ਬੰਨ ਕੇ ਆਪਣੇ ਮੋਢੇ ਦੇ ਉੱਤੇ ਰੱਖੀ ਜਾਂਦੇ ਨੇ। ਪਰ ਬਾਹਰੋਂ ਕਹਿੰਦੇ ਭਾਵੇਂ ਉਹ ਜਿੰਨੀ ਵਾਰੀ ਮਰਜ਼ੀ ਇਸ਼ਨਾਨ ਕਰ ਲੈਣ, 68 ਤੀਰਥਾਂ ਦੇ ਉੱਤੇ ਅਨੇਕਾਂ ਵਾਰੀ ਚਲੇ ਜਾਣ, ਪਰ ਉਹਨਾਂ ਦੀ ਮਨ ਦੀ ਝੂਠ ਤੇ ਝੂਠ ਨਹੀਂ ਉਤਰਦੀ। ਸਤ ਸੰਗਤ ਸਿਉ ਬਾਦਰ ਚਾਏ, ਅੰਧਨ ਦੁਖੀਆ ਦੂਜੈ ਪਾਏ ਰਚਾਏ। ਹੁਣ ਉਹ ਕੀ ਕਰਦੇ ਨੇ, ਉਹਨਾਂ ਨੂੰ ਪਹਿਲੀ ਗੱਲ ਤਾਂ ਸਤ ਸੰਗਤ ਚੰਗੀ ਨਹੀਂ ਲੱਗਦੀ, ਕਿਉਂਕਿ ਗੱਲ ਆਪਣੀ ਠੋਸਣੀ ਹੁੰਦੀ ਹੈ ਹਰ ਇੱਕ ਜਗ੍ਹਾ ਦੇ ਉੱਤੇ। ਜੋ ਮੈਂ ਕਹਿ ਰਿਹਾ ਉਹ ਬਿਲਕੁਲ ਹੀ ਸੱਚਾ ਹੈ। ਇਸ ਕਰਕੇ ਉਹ ਕਦੀ ਵੀ ਉਦੋਂ ਸੰਗਤ ਦੇ ਵਿੱਚ ਨਹੀਂ ਬੈਠਣਗੇ ਜਦੋਂ ਸੰਗਤ ਦੇ ਵਿੱਚ ਬਖਸ਼ੇ ਹੋਏ ਬੈਠੇ ਹੋਣਗੇ। ਬਖਸ਼ਿਆਂ ਨੂੰ ਸਤ ਸੰਗਤ ਦਾ ਰੂਪ ਗਿਆ। ਤੇ ਕਰਦੇ ਵੀ ਵੇ ਕੀ ਹੈ, ਜੇ ਕਿਤੇ ਉੱਥੇ ਬੈਠ ਵੀ ਜਾਂਦੇ ਨੇ, ਉੱਥੇ ਜਾ ਕੇ ਉਹਨਾਂ ਦੇ ਨੁਕਸ ਹੀ ਕੱਢੀ ਜਾਣਗੇ, ਉਹਨਾਂ ਦੇ ਨਾਲ ਬਾਦ ਵਿਵਾਦ ਕਰ ਕਰਕੇ ਝਗੜੇ ਹੀ ਵਧਾਈ ਜਾਣਗੇ। ਆਨੰਦ ਦੁਖੀਆ ਦੂਜੇ ਪਾਏ ਰਚਾਏ। ਫਿਰ ਕੀ ਉਹ ਦਿਨ ਰਾਤ ਇਸ ਤਰ੍ਹਾਂ ਦੇ ਜਿਹੜੇ ਭਗਵਤੀ ਆਪਣੇ ਆਪ ਨੂੰ ਪਖੰਡੀ ਕਹਾਉਣ ਵਾਲੇ ਨੇ, ਉਹ ਵੀ ਦਿਨ ਰਾਤ ਦੁਖੀ ਹੀ ਰਹਿੰਦੇ ਨੇ। ਕਿਉਂ ਰਹਿੰਦੇ ਨੇ? ਕਿਉਂਕਿ ਉਹਨਾਂ ਦੀ ਗੱਲ ਕੋਈ ਨਹੀਂ ਮੰਨਦਾ, ਉਹਨਾਂ ਦੇ ਲਾਗੇ ਨਹੀਂ ਕੋਈ ਬਹਿਣਾ ਚਾਹੁੰਦਾ, ਤੇ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦੀ ਸੰਗਤ ਵੀ ਨਹੀਂ ਕਰਨੀ ਚਾਹੁੰਦਾ। ਫਿਰ ਉਹ ਦੁਖੀ ਹੁੰਦੇ ਨੇ ਕਿ ਮੇਰੀ ਗੱਲ ਕਿਉਂ ਨਹੀਂ ਮੰਨਣ ਡਏ, ਮੈਂ ਜਿਹੜੀ ਇਹਨਾਂ ਨੂੰ ਗੱਲ ਕਹਿਣ ਡਿਆ ਆ, ਇਹਨਾਂ ਨੂੰ ਪਤਾ ਨਹੀਂ, ਮੈਂ ਦੇਖੋ ਮੇਰੇ ਵੱਲ ਮੈਂ ਕਿਸ ਤਰ੍ਹਾਂ ਦੇ ਕਿਹੜਾ ਪਹਿਰਾਵਾ ਪਾਇਆ ਹੋਇਆ ਹੈ। ਫਿਰ ਰੀਸਾਂ ਵੀ ਕਿਹਨਾਂ ਦੀਆਂ ਕਰਦੀਆਂ? ਨਿਰੰਕਾਰ ਸੱਚੇ ਪਾਤਸ਼ਾਹ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਰੀਸਾਂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਸ ਤਰ੍ਹਾਂ ਦੇ ਵਸਤਰ ਪਾ ਰਹੇ ਨੇ। ਤੇ ਅੰਤ ਦੇ ਉੱਤੇ ਹਾਲ ਉਹਨਾਂ ਦਾ ਉਹ ਹੁੰਦਾ ਜਿਹੜਾ ਤੁਸੀਂ ਅੱਜ ਅੱਖੀ ਦੇਖ ਰਹੇ ਹੋ। ਕਿੰਨੇ ਕੁ ਆਪਣੇ ਆਪ ਨੂੰ ਭਗਵਾਨ ਖਵਾਉਣ ਵਾਲੇ, ਕਿੰਨੇ ਕੁ ਆਪਣੇ ਆਪ ਨੂੰ ਗੁਰੂ ਖਵਾਉਣ ਵਾਲੇ ਨੇ, ਜਿਨ੍ਹਾਂ ਨੂੰ ਅੱਜ ਜੇਲ੍ਹਾਂ ਦੇ ਵਿੱਚ ਸੜਨਾ ਪੈ ਰਿਹਾ, ਜਿਨ੍ਹਾਂ ਨੂੰ ਲੋਕ ਬੁਲਾ ਕੇ ਨਹੀਂ ਰਾਜੀ, ਜਿਹਨੇ ਅੱਜ ਉਹਨਾਂ ਦੇ ਛਿੱਤਰ ਮਾਰਨ ਨੂੰ ਤਿਆਰ ਆ, ਉਹਨਾਂ ਦੀਆਂ ਫੋਟੋਆਂ, ਉਹਨਾਂ ਦੇ ਪੁਤਲੇ ਜਾਲ ਰਹੇ ਹਨ। ਇਸ ਕਾਰਨ ਕਰਕੇ ਭਾਈ ਇਹ ਜਿਹੜੇ ਇਸ ਤਰ੍ਹਾਂ ਦੇ ਜੀਵ ਹੁੰਦੇ ਨੇ, ਉਹ ਸਦਾ ਹੀ ਦੁਖੀ ਰਹਿੰਦੇ ਨੇ, ਤੇ ਦੁਖੀ ਰਹਿ ਕੇ ਇਸ ਸੰਸਾਰ ਦੇ ਉੱਤੇ ਆਪਣਾ ਜੀਵਨ ਬਤੀਤ ਕਰਦੇ ਨੇ। ਉਹ ਜਿਹੜੇ ਕਿ ਕੱਚੇ ਪਿੱਲੇ ਜਾਂ ਪਖੰਡੀ ਆਪਣੇ ਆਪ ਨੂੰ ਭਗਵਤੀ ਖਾਉਂਦੇ ਹਨ। ਹਰ ਨਾਮ ਨ ਚੇਤੈ ਬਹੁ ਕਰਮ ਕਮਾਏ, ਪੂਰਬ ਲਿਖਿਆ ਸੋ ਮੇਟਣਾ ਨਾ ਜਾਏ। ਆਪਣੀ ਵਡਿਆਈ ਦੇ ਵਿੱਚ ਹੀ ਸੜੇ ਰਹਿੰਦੇ ਨੇ, ਪਰ ਕਦੀ ਪ੍ਰੀਤਮ ਵਾਹਿਗੁਰੂ ਦਾ ਨਾਮ ਨਹੀਂ ਚੇਤੇ ਕਰਦੇ, ਇਦਾਂ ਦੇ ਅੱਛੇ ਸ਼ੁਭ ਕਰਮ ਨਹੀਂ ਕਰਦੇ। ਪਰ ਇਹ ਕਰਨ ਕੀ? ਪੂਰਬ ਲਿਖਿਆ ਸੋ ਮੇਟਣਾ ਨਾ ਜਾਏ। ਜੋ ਇਹ ਦਰਗਾਹ ਦੇ ਉਤੋਂ ਮਾੜੇ ਲੇਖ ਲਿਖਵਾ ਕੇ ਆਏ ਸਨ, ਜਿਹੜੇ ਕਿ ਇੱਥੇ ਗੁਰੂ ਦੀ ਕਿਰਪਾ ਦੇ ਨਾਲ, ਉਹ ਅਕਾਲ ਪੁਰਖ ਦੀ ਬੰਦਗੀ ਦੇ ਨਾਲ ਜਿਹੜੇ ਸਾੜਨੇ ਸਨ, ਪਰ ਨਿੰਦਿਆ ਕਰ ਕਰਕੇ ਇਹਨਾਂ ਨੂੰ ਤਾਂ ਹੋਰ ਮਾੜੇ ਲੇਖ ਲਿਖ ਲਏ, ਮਾੜੇ ਕਰਮ ਲਿਖ ਲਏ। ਸੋ ਇਸ ਕਾਰਨ ਕਰਕੇ ਗੁਰੂ ਮਹਾਰਾਜ ਕਹਿੰਦੇ ਨੇ ਪਿਛਲੇ ਲਿਖੇ ਹੋਏ ਲੇਖ ਫਿਰ ਮਿਟੇ ਨਹੀਂ ਜਾ ਸਕਦੇ। ਨਾਨਕ ਬਿਨ ਸਤਿਗੁਰ ਸੇਵੈ ਮੋਖ ਨ ਪਾਏ। ਵਾਹਿਗੁਰੂ ਨਿਰੰਕਾਰ ਜੀ ਕਹਿੰਦੇ ਨੇ ਵੀ ਸਤਿਗੁਰ ਦੀ ਸੇਵਾ ਤੋਂ ਬਗੈਰ ਇਹਨਾਂ ਨੂੰ ਮੁਕਤੀ ਦਾ ਦਰ ਪ੍ਰਾਪਤ ਨਹੀਂ ਹੁੰਦਾ। ਪੌੜੀ ਸਤਿਗੁਰੂ ਜਿਨੀ ਤੇ ਆਇਆ, ਸੇ ਕੜ ਨਾ ਸਵਾਹੀ। ਸਤਿਗੁਰ ਜਿਨੀ ਤੇ ਆਇਆ,
ਮਾਰ ਕਹਿੰਦੇ ਨੇ ਸੇ ਕੜ ਨਾ ਸਵਾਹੀ, ਕੜ ਕਹਿੰਦੇ ਨੇ ਕੱਢਦੇ ਨੂੰ, ਕੱਢਣਾ ਪੱਕਾ ਹੁਣ ਉਸ ਨੂੰ ਕਹਿੰਦੇ ਨੇ। ਕਹਿੰਦੇ ਸਤਿਗੁਰ ਜਿਨੀ ਧਿਆਇਆ, ਜਿਨ੍ਹਾਂ ਨੇ ਉਹ ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ ਕੀਤੀ, ਸੇਵਾ ਕੀਤੀ, ਇੱਕ ਧਿਆਨ, ਇੱਕ ਮਨ ਤਨ ਨੂੰ ਇਕਾਗਰ ਕਰਕੇ ਇੱਕ ਆਸਣ ਬੈਠ ਕੇ ਉਹ ਅਕਾਲ ਪੁਰਖ ਦੇ ਸੱਚੇ ਪਾਤਸ਼ਾਹ ਦੀ ਸਿਫਤ ਸਲਾਹ ਕੀਤੀ। ਸੇ ਕੜਨ ਸਵਾਹੀ, ਉਹ ਫਿਰ ਕਦੀ ਵੀ ਝੂਰਦੇ ਨਹੀਂ। ਕੜਨ ਦਾ ਮਤਲਬ ਇੱਥੇ ਨਾਲ ਇਹ ਵੀ ਨਿਕਲਦਾ ਹੈ ਕਿ ਝੂਰਦੇ ਨਹੀਂ। ਹੁਣ ਦੇਖੋ ਰਾਤ ਪੈਂਦੀ ਹੈ, ਜੀਵ ਸੌਂ ਜਾਂਦਾ, ਸਵੇਰ ਨੂੰ ਉੱਠ ਕੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਫਿਕਰ ਨਹੀਂ ਹੁੰਦਾ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਮੇਰਾ ਰਖਵਾਲਾ, ਮੇਰਾ ਪ੍ਰੀਤਮ ਵਾਹਿਗੁਰੂ ਸਰਬ ਕਲਾ ਸਮਰੱਥ ਹੈ। ਸੋ ਇਸ ਕਰਕੇ ਜਦੋਂ ਉਹ ਸਵੇਰੇ ਉੱਠਦੇ ਨੇ, ਨਵਾਂ ਸੂਰਜ ਚੜ੍ਹਦਾ, ਉਹ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਦੁੱਖ ਤਕਲੀਫ ਨਹੀਂ ਦੇ ਸਕਦਾ, ਨਾ ਹੀ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਝੂਰਨਾ ਪੈਂਦਾ ਹੈ, ਫਿਕਰ ਕਰਨਾ ਪੈਂਦਾ ਹੈ। ਸਤਿਗੁਰੂ ਜਿਨੀ ਤੇ ਆਇਆ ਸੇ ਤ੍ਰਿਪਤ ਅਗਾਹੀ। ਕਾਰਨ ਹੁੰਦਾ ਕਿ ਜਿਨ੍ਹਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਣ ਕੇ ਡਿੱਗ ਪਏ ਨੇ, ਜਿਹੜੇ ਆਣ ਕੇ ਸਤਿਗੁਰ ਦੀ ਬੰਦਗੀ ਕਰਨ ਲੱਗ ਪਏ ਨੇ, ਧਿਆਉਣ ਲੱਗ ਪੈਂਦੇ ਨੇ, ਹਿਰਦੇ ਦੇ ਵਿੱਚ ਉਸ ਦਾ ਨਾਮ ਨੂੰ ਟਿਕਾ ਲੈਂਦੇ ਨੇ, ਉਹਨਾਂ ਦੀਆਂ ਫਿਰ ਆਸਾ ਤ੍ਰਿਸ਼ਨਾ ਖਤਮ ਹੋ ਜਾਂਦੀ। ਉਹ ਤਾਂ ਭਾਈ ਹਰ ਪਾਸਿਓਂ ਹੀ ਰੱਜੇ ਪੁੱਜੇ ਹੁੰਦੇ ਹਨ। ਸਤਿਗੁਰੂ ਜਿਨੀ ਤੇ ਆਇਆ ਤਿੰਨ ਜਮ ਡਰ ਨਾਹੀ। ਇੱਥੇ ਤੱਕ ਸਤਿਗੁਰ ਦੀ ਸੇਵਾ ਕਰਨ ਦੇ ਨਾਲ ਉਹਨਾਂ ਨੂੰ ਭਰੋਸਾ ਹੋ ਜਾਂਦਾ ਕਿ ਉਹ ਜਮ, ਮੌਤ ਦਾ ਕਾਲ ਵੀ ਆਣ ਕੇ ਉਹਨਾਂ ਨੂੰ ਨਹੀਂ ਡਰਾ ਸਕਦਾ। ਜਿਨ ਕੋ ਹੋਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੀ। ਜਿਨ੍ਹਾਂ ਦੇ ਉੱਤੇ ਨਿਰੰਕਾਰ ਕਿਰਪਾ ਕਰ ਦਿੰਦੇ ਨੇ, ਉਹਨਾਂ ਦੇ ਉਹ ਪੂਰਬਲੇ ਲੇਖ ਉਜਾਗਰ ਹੋ ਜਾਂਦੇ ਨੇ, ਉਹੀ ਵੀ ਸਤਿਗੁਰ ਦੇ ਚਰਨਾਂ ਦੇ ਵਿੱਚ ਆਣ ਕੇ ਬੈਠਦੇ ਹਨ। ਤਿੰਨ ਐਥੈ ਉਥੈ ਮੁਖ ਉਜਲੇ ਹਰ ਦਰਗਹਿ ਪੈਂਦੇ ਜਾਹੀ। ਉਹਨਾਂ ਸੰਸਾਰੀ ਜੀਵਾਂ ਦੇ ਇਦੂ ਸੰਸਾਰ ਦੇ ਵਿੱਚ ਵੀ ਨਿਰੰਕਾਰ ਮੁਖ ਉਜਲੇ ਰੱਖਦੇ ਨੇ, ਸ਼ੋਭਾ ਕਰਵਾਉਂਦੇ ਨੇ ਉਹਨਾਂ ਦੀ, ਉਹਨਾਂ ਨੂੰ ਇੱਥੇ ਵੀ ਬੇਦਾਗ ਰੱਖਦੇ ਨੇ, ਤੇ ਜਦੋਂ ਉਹ ਇਦੂ ਸੰਸਾਰ ਤੋਂ ਜਾਂਦੇ ਨੇ, ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਮਾਣ ਸਤਿਕਾਰ ਤੇ ਆਦਰ ਪ੍ਰਾਪਤ ਹੁੰਦਾ ਹੈ। ਸ਼ਲੋਕ ਮਹਿਲਾ ਦੂਜਾ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਦੀਜੈ ਡਾਰ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਹੜੇ ਕਿ ਇਸ ਸ਼ਲੋਕ ਦੇ ਵਿੱਚ ਸਾਨੂੰ ਗਿਆਨ ਦਿੰਦੇ ਨੇ। ਔਰ ਕਈ ਵਾਰ ਕੀ ਹੁੰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਐਸੇ ਵਚਨ ਕਰਦੇ ਨੇ, ਕਟੜੇ ਵਚਨ ਜਿਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ। ਥੋੜੀ ਜਿਹੀ ਹੋਰ ਮਹਾਰਾਜ ਸੱਚੇ ਪਾਤਸ਼ਾਹ ਜੀ ਥੋੜਾ ਜਿਹਾ ਸਾਨੂੰ ਹੋਰ ਕਿਸੇ ਰੂਪ ਦੇ ਵਿੱਚ ਆਣ ਕੇ ਦੱਸਦੇ ਨੇ, ਜੇ ਤੂੰ ਆਹ ਨਾ ਕੀਤਾ ਤੇ ਆਹ ਹੋਏਗਾ। ਹੁਣ ਇੱਥੇ ਇਸੇ ਤਰ੍ਹਾਂ ਹੀ ਹੋਇਆ। ਆਪਾਂ ਵੀ ਆਪਣੇ ਬੱਚਿਆਂ ਨੂੰ ਜਦੋਂ ਸਮਝਾਉਂਦੇ, ਦੇਖ ਭਾਈ ਆਹ ਜਿਹੜੀ ਪਈ ਅੱਗ ਦਾ ਕੋਲਾ ਹੈ, ਇਹਨੂੰ ਹੱਥ ਤੇ ਰੱਖੇਗਾ ਤੇ ਲੂ ਹੋ ਜਾਏਗਾ। ਹੁਣ ਇਹ ਨਹੀਂ ਆਪਾਂ ਉਹਨੂੰ ਕਹਿੰਦੇ ਵੀ ਦੇਖੀ, ਕਈ ਤਰ੍ਹਾਂ ਦੀਆਂ ਕਹਾਣੀਆਂ ਬਣਾ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਿੱਧੀ ਗੱਲ ਕਰ ਦਿੰਦੇ ਨੇ ਸੰਸਾਰ ਨੂੰ। ਕਹਿੰਦੇ ਜਿਹੜਾ ਸਿਰ ਉਹ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਉੱਤੇ ਨਹੀਂ ਚੱਕਦਾ, ਉਹ ਸਿਰ ਵੱਢ ਕੇ ਸਿੱਟ ਦੇਣਾ ਚਾਹੀਦਾ ਹੈ। ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਨਿਰੰਕਾਰ ਦੇ ਨਾਮ ਦੀ ਮੋਹਰ ਲਾ ਕੇ ਕਹਿੰਦੇ ਨੇ ਜਿੱਦੂ ਪਿੰਜਰ, ਪਿੰਜਰ ਕਹਿੰਦੇ ਨੇ ਆ ਸਰੀਰ ਨੂੰ, ਹੱਡੀਆਂ, ਚਮ ਦਾ, ਮਾਸ ਦਾ ਜਿਹੜਾ ਬਣਿਆ ਹੋਇਆ ਹੈ। ਕਹਿੰਦੇ ਇਹਦੇ ਵਿੱਚ ਜੇ ਪ੍ਰੇਮ ਨੇ, ਬਿਰਹਾ ਕਹਿੰਦੇ ਨੇ ਪ੍ਰੇਮ ਨੂੰ, ਜੇ ਤੇਰਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇਹਦੇ ਵਿੱਚ ਪ੍ਰੇਮ ਦਾ ਚਿਰਾਗ ਨਹੀਂ ਜਗਿਆ ਹੋਇਆ, ਇਸ ਪਿੰਜਰ ਨੂੰ ਵੀ ਫੂਕ ਦੇ, ਸਾੜ ਦੇ, ਖਤਮ ਕਰ ਦੇ। ਮਹਿਲਾ ਪੰਜਵਾਂ, ਮੁਢੋਂ ਭੁੱਲੀ ਨਾਨਕਾ ਫਿਰ ਫਿਰ ਜਨਮ ਮੁਈ ਆਸ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੀ ਹੁਣ ਕਿਰਪਾ ਆਪਣੇ ਉੱਤੇ ਕਰਦੇ ਨੇ। ਕਹਿੰਦੇ ਨੇ ਮੁਢੋਂ ਭੁੱਲੀ ਨਾਨਕਾ। ਮੁੱਢੋਂ ਦਾ ਮਤਲਬ ਇੱਥੇ ਜਾਣ ਕੇ ਦੁਨਿਆਵੀ ਕੱਢ ਕੇ ਦੇਖੀਏ ਪਹਿਲਾਂ ਆਪਾਂ। ਜਿਹੜੀ ਆਤਮਾ ਜਦੋਂ ਮਾਤ ਗਰਭ ਤੋਂ ਬਾਹਰ ਸੰਸਾਰ ਦੇ ਉੱਤੇ ਆਂਦੀ ਆ, ਔਰ ਜਿੱਦੂ ਘਰ ਦੇ ਵਿੱਚ ਆਉਂਦੀ, ਉਦੋਂ ਘਰ ਦੇ ਵਿੱਚ ਨਾਮ ਬਾਣੀ ਦਾ, ਸੇਵਾ ਦਾ ਪ੍ਰਵਾਹ ਕੋਈ ਨਹੀਂ ਹੈ। ਉਹ ਆਤਮਾ ਮੁੜ ਤੋਂ ਹੀ, ਉਹ ਜਿਹੜੀ ਆਤਮਾ ਆਉਂਦੀ ਉਹਨੂੰ ਮੁੜ ਤੋਂ ਹੀ ਪ੍ਰਮਾਤਮਾ ਦਾ ਗਿਆਨ ਨਹੀਂ ਦਿੱਤਾ ਜਾਂਦਾ। ਸੋ ਇਸ ਕਾਰਨ ਕਰਕੇ ਜਿੱਦਾਂ ਜਿੱਦਾਂ ਉਹ ਵੱਡੀ ਆਤਮਾ ਹੁੰਦੀ ਹੈ, ਆਪਣਾ ਰੂਪ ਬਦਲਦੀ ਜਾਂਦੀ ਹੈ। ਬਚਪਨੇ ਤੋਂ ਜਵਾਨੀ 'ਚ, ਜਵਾਨੀ ਦੇ ਵਿੱਚ ਵੀ ਆ ਗਈ, ਪਰ ਉਸ ਨੂੰ ਅਜੇ ਵੀ ਗਿਆਨ ਨਹੀਂ। ਕਾਰਨ ਕਿ ਪਹਿਲਾਂ ਹੀ ਉਸ ਨੂੰ ਕਿਸੇ ਨੇ ਦੱਸਿਆ ਕੁਛ ਨਹੀਂ, ਗਿਆਨ ਦਿੱਤਾ ਹੀ ਨਹੀਂ। ਸੋ ਇੱਥੇ ਮਾਲਕ ਜੀ ਸੱਚੇ ਪਾਤਸ਼ਾਹ ਇਹ ਕਹਿੰਦੇ ਨੇ ਜਿਹੜੀ ਮੁੱਢੋਂ ਹੀ
ਭੁੱਲੀ ਹੋਈ ਹੈ, ਜਿਹਨੂੰ ਪਤਾ ਹੀ ਨਹੀਂ ਅਕਾਲ ਪੁਰਖ ਬਾਰੇ, ਉਹਦਾ ਸੰਸਾਰ ਦੇ ਉੱਤੇ ਮੁੜ ਕੇ ਆਣਾ ਜਾਣਾ ਬਣਿਆ ਰਹਿੰਦਾ। ਦੂਜੇ ਅਰਥ ਦੇ ਆਪਾਂ ਭਾਵਨਾ ਨਾ ਕਰਾਂਗੇ ਇਹ ਵੀ ਜਿਹੜਾ ਸੰਸਾਰ ਦੇ ਉੱਤੇ ਆਇਆ ਜੀਵ ਆਉਂਦਾ ਹੀ ਮਾਇਆ ਦੇ ਜਾਲ ਦੇ ਵਿੱਚ ਜਕੜਿਆ ਗਿਆ, ਔਰ ਉਹ ਜਿਹੜੇ ਮਾਇਆ ਵੱਲੋਂ ਬਣਾਏ ਹੋਏ ਪਦਾਰਥ ਸੀ, ਉਹ ਪਦਾਰਥ ਉਹਨੂੰ ਬਹੁਤ ਚੰਗੇ ਲੱਗਣੇ ਸ਼ੁਰੂ ਹੋ ਗਏ, ਪਰ ਪਦਾਰਥਾਂ ਦੇ ਮਾਲਕ ਨੂੰ ਤੇ ਆਪਣੇ ਮਾਲਕ ਨੂੰ ਉਹ ਨਾ ਪਛਾਣ ਸਕਿਆ, ਤੇ ਉਹ ਮੁੜ ਮੁੜ ਕੇ ਇਹ ਸੰਸਾਰ ਦੇ ਉੱਤੇ ਅਨੇਕਾਂ ਜੂਨਾਂ ਦੇ ਵਿੱਚ ਆਉਂਦਾ ਤੇ ਦੁੱਖ ਪਾਉਂਦਾ ਹੈ। ਕਸਤੂਰੀ ਕਾ ਭੋਲੜਾ ਕੰਦੇ ਡੂਮ ਪਿਆਸ। ਵਾਹਿਗੁਰੂ ਜੀ ਇੱਥੇ ਹਰਨ ਦੀ ਆਪਾਂ ਨੂੰ ਮਿਸਾਲ ਦਿੰਦੇ ਨੇ, ਕਹਿੰਦੇ ਜਿਸ ਤਰ੍ਹਾਂ ਇਹ ਜੀਵ ਨੇ ਆਉਂਦੇ ਜਾਂਦੇ ਰਹਿੰਦੇ ਨੇ ਗੰਦ ਦੇ ਵਿੱਚ, ਜਾਂ ਮਾਇਆ ਦੇ ਵੱਲੋਂ ਜਿਹੜੇ ਵਿਕਾਰੀ ਵਸਤੂਆਂ ਨੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਫਸੇ ਰਹਿੰਦੇ ਨੇ। ਕਹਿੰਦੇ ਉਹ ਕਸਤੂਰੀ ਜਿਹੜੀ ਇੱਕ ਖੁਸ਼ਬੂ ਹੈ ਉਹ ਹਰਨ ਦੀ ਨਾਭੀ ਦੇ ਵਿੱਚ ਹੁੰਦੀ, ਪਰ ਹਰਨ ਨੂੰ ਇਹ ਚੀਜ਼ ਦਾ ਗਿਆਨ ਨਹੀਂ ਹੁੰਦਾ। ਉਹਨੂੰ ਏਦਾਂ ਅਨੁਭਵ ਹੁੰਦਾ ਵੀ ਜਿਹੜਾ ਸਭ ਤੋਂ ਜ਼ਿਆਦਾ ਗੰਦਾ ਚਿੱਕੜ ਹੈ, ਛੱਪੜ ਹੈ, ਇਹਦੇ ਵਿੱਚੋਂ ਮੈਨੂੰ ਇਹ ਖੁਸ਼ਬੂ ਆ ਰਹੀ, ਫਿਰ ਉਹਦੇ ਵਿੱਚੋਂ ਲਿਟਦਾ, ਲਟ ਕੇ ਮਿੱਟੀ ਗੰਦ ਉਹਨੂੰ ਲੱਗ ਜਾਂਦਾ ਹੈ, ਪਰ ਫਿਰ ਵੀ ਉਸ ਨੂੰ ਸੁੱਖ ਦੇ ਨਾਲ ਬੈਠਣਾ ਨਹੀਂ ਮਿਲਦਾ, ਕਿਉਂਕਿ ਉਹਨੂੰ ਪਤਾ ਹੀ ਨਹੀਂ ਵੀ ਇਹ ਕਸਤੂਰੀ ਦੀ ਖੁਸ਼ਬੂ ਕਿੱਥੋਂ ਆ ਰਹੀ ਹੈ। ਕਹਿੰਦੇ ਇਸੇ ਤਰ੍ਹਾਂ ਇਹ ਮਨਮੁਖ ਲੋਕ ਨੇ, ਮਨਮੁਖਾਂ ਨੂੰ ਪਤਾ ਹੀ ਨਹੀਂ ਵੀ ਇਹ ਸਾਰੀਆਂ ਦਾਤਾਂ, ਸਾਰਾ ਕੁਝ ਜਿਹੜੀ ਕੁਦਰਤ ਹੈ ਇਹ ਅਕਾਲ ਪੁਰਖ ਦੀ ਸ਼ਕਤੀ ਹੈ, ਉਸ ਮਿਹਰਬਾਨ ਦਿਆਲੂ ਕਿਰਪਾਲੂ ਦੀ ਰਹਿਮਤ ਦੇ ਨਾਲ ਮੈਨੂੰ ਕੋਈ ਚੰਗੇ ਕੀਤੇ ਹੋਏ ਕਰਮਾਂ ਦੇ ਕਾਰਨ ਕਰਕੇ ਮਿਲ ਗਏ। ਪਰ ਉਹ ਹਰ ਵੇਲੇ ਕੀ ਕਰ ਰਿਹਾ, ਉਹ ਨਾ ਗੰਦੇ ਵਿਕਾਰੀ ਜੀਵਨ ਨੂੰ ਬਤੀਤ ਕਰ ਰਿਹਾ, ਵਿਕਾਰਾਂ ਦੇ ਕੰਮ ਕਰ ਰਿਹਾ, ਕਾਮ ਵਾਸ਼ਨਾਵਾਂ ਦੇ ਵਿੱਚ ਫਸਿਆ ਹੋਇਆ ਹੈ, ਖਾਣ ਪੀਣ ਦੇ ਵਿੱਚ ਫਸਿਆ ਹੋਇਆ, ਪਰਮਾਤਮਾ ਨੂੰ ਭੁੱਲ ਗਿਆ, ਤੇ ਉਹਨਾਂ ਦਾ ਇੱਥੇ ਸੰਸਾਰ ਦੇ ਉੱਤੇ ਆਣਾ ਜਾਣਾ ਬਣਿਆ ਹੀ ਰਹਿੰਦਾ ਹੈ। ਪੌੜੀ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਵੀ ਹੇ ਮੇਰੇ ਮਨਾ, ਉਸ ਅਕਾਲ ਪੁਰਖ ਐਸੇ ਪ੍ਰੀਤਮ ਇੱਕ ਵਾਹਿਗੁਰੂ ਦੀ ਆਰਾਧਨਾ ਕਰ, ਜਿਹਦਾ ਹੁਕਮ ਸਾਰੇ ਤਿੰਨਾਂ ਲੋਕਾਂ ਦੇ ਵਿੱਚ ਹੀ ਚੱਲ ਰਿਹਾ ਹੈ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਅੰਤੀ ਅਵਸਰ ਲੈ ਛਡਾਏ। ਇਹ ਮੇਰੇ ਮਨਾ, ਉਹ ਐਸੇ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਦਾ ਇੱਕ ਦਾ ਨਾਮ ਜਪੀਏ, ਜਿਹੜਾ ਅੰਤ ਦੇ ਉੱਤੇ ਜਮਾਂ ਦੀ ਮਾਰ ਤੋਂ ਤੈਨੂੰ ਛਡਵਾ ਲਵੇਗਾ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਇਹ ਮੇਰੇ ਮਨਾ, ਐਸੇ ਵਾਹਿਗੁਰੂ ਦੇ ਨਾਲ ਪਿਆਰ ਪਾ, ਜਿਹੜਾ ਕਿ ਤੇਰੀਆਂ ਸਾਰੀਆਂ ਤ੍ਰਿਸ਼ਨਾ ਤੇ ਕਾਮ ਵਾਸ਼ਨਾ ਖਤਮ ਕਰ ਦੇਵੇਗਾ। ਸੋ ਗੁਰਮੁਖ ਨਾਮ ਜਪਿਆ ਵਡ ਭਾਗੀ, ਤਿਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਜਿਨ੍ਹਾਂ ਨੇ ਸਤਿਗੁਰ ਦੇ ਇਹਨਾਂ ਬਚਨਾਂ ਨੂੰ ਕਮਾਇਆ, ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹਨਾਂ ਦੇ ਸੰਗ ਦੇ ਵਿੱਚ, ਉਹਨਾਂ ਦੇ ਕੋਲ, ਉਹਨਾਂ ਦੀ ਸੰਗਤ ਦੇ ਵਿੱਚ ਦੁਸ਼ਟ ਤੇ ਨਿੰਦਕ ਉਹ ਵੀ ਜਦੋਂ ਆ ਜਾਂਦੇ ਨੇ, ਚਰਨਾਂ ਦੇ ਵਿੱਚ ਆਣ ਕੇ ਬੈਠ ਜਾਂਦੇ ਨੇ, ਉਹ ਵੀ ਵੱਡੇ ਭਾਗਾਂ ਵਾਲੇ ਬਣ ਜਾਂਦੇ ਹਨ। ਨਾਨਕ ਨਾਮ ਅਰਾਧ ਸਭਨਾ ਤੇ ਵੱਡਾ, ਸਭ ਨਾਵੇਂ ਅੱਗੇ ਆਣ ਨਿਵਾਏ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੰਸਾਰ ਦੇ ਜੀਵੋ, ਉਸ ਸੱਚੇ ਪ੍ਰਭੂ ਦਾ ਨਾਮ ਅਰਾਧ, ਉਹਦੀ ਬੰਦਗੀ ਕਰ, ਜਿਹੜਾ ਸਭਨਾ ਤੋਂ ਵੱਡਾ ਹੈ, ਇਹ ਤੋਂ ਹੋਰ ਕੋਈ ਵੱਡਾ ਨਹੀਂ, ਇਹਦਾ ਸ਼ਰੀਕ ਵੀ ਕੋਈ ਨਹੀਂ ਹੈ। ਇਦੂ ਨਾਮ ਦੇ ਅੱਗੇ ਆਣ ਕੇ ਸਾਰੇ ਹੀ, ਭਾਵੇਂ ਦੇਵਤੇ ਨੇ, ਭਾਵੇਂ ਦੈਂਤ ਨੇ, ਭਾਵੇਂ ਮਨੁੱਖਾਂ ਦੇ ਵਾਲੇ ਨੇ, ਭਾਵੇਂ ਹੋਰ ਰੂਪ ਨੇ, ਸਾਰੇ ਆਣ ਕੇ ਨਿਭਦੇ ਨੇ, ਸਾਰੇ ਆਣ ਕੇ ਇਸ ਨਾਮ ਨੂੰ ਨਮਸਕਾਰ ਤੇ ਪੈਰਾਂ ਦੇ ਵਿੱਚ ਬੈਠਦੇ ਨੇ। ਸ਼ਲੋਕ ਮਹਿਲਾ ਤੀਜਾ, ਵੇਸ ਕਰੇ ਕੁਰੂਪ ਕੁਲਖਣੀ, ਮਨ ਖੋਟੈ ਕੁੜਿਆਰ। ਨਿਰੰਕਾਰ ਜੀ ਹੁਣ ਉਹਨਾਂ ਦੀ ਗੱਲ ਕਰਦੇ ਨੇ ਜਿਹੜੇ ਦਿਖਲਾਵੇ ਵਾਸਤੇ ਤਾਂ ਬੜਾ ਕੁਝ ਕਰਦੇ ਨੇ, ਪਰ ਅੰਦਰ ਖੋਟ ਹੁੰਦੀ ਹੈ, ਅੰਦਰ ਕੂੜ ਭਰਿਆ ਹੁੰਦਾ। ਕਹਿੰਦੇ ਵੀ ਇਸੇ ਤਰ੍ਹਾਂ ਜਿਹੜੀ ਇਹ ਆਤਮਾ, ਜੀਵ ਆਤਮਾ, ਔਰਤ ਦੇ ਰੂਪੀ ਹੁਣ ਗਿਆਨ ਦਿੰਦੇ ਨੇ ਸਤਿਗੁਰੂ ਜੀ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਜੇ ਬਾਹਰੋਂ ਭਾਵੇਂ ਜਿਸ ਤਰ੍ਹਾਂ ਦੇ ਵੀ ਸੋਹਣੇ ਸੋਹਣੇ ਰੂਪ ਕੋਈ ਬਣਾ ਲਵੇ, ਪਰ ਅੰਦਰ ਜੇ ਉਹਨਾਂ ਦੇ ਖੋਟ ਹੋਵੇ ਤਾਂ ਫਿਰ ਕੈ ਭਾਣੇ ਨਾ ਚੱਲੈ, ਹੁਕਮ ਕਰੇਗਾ ਵਾਰ। ਆਪਣੇ ਪਤੀ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਇਸ ਤਰ੍ਹਾਂ ਹੀ ਆਤਮਾ ਔਰਤ ਨਹੀਂ ਚੱਲ ਰਹੀ, ਸਗੋਂ ਕੀ ਹੁੰਦੀ ਆ, ਉਹ ਕੋਸ਼ਿਸ਼ ਕਰਦੀ ਆਪਣੇ ਪਤੀ ਦੇ ਉੱਤੇ ਹੁਕਮ ਚਲਾਵੇ, ਪਰ ਇਹ ਪਤੀ ਸਮਰੱਥਾ ਬੇਪਰਵਾਹ ਹੈ। ਕੌਣ ਆਖੇ ਸਾਹਿਬ ਨੂੰ ਇੰਜ ਨਹੀਂ,
ਤੂੰ ਇੰਜ ਕਰ। ਇਹਦੇ ਤਾਂ ਆਣ ਕੇ ਅਰਦਾਸਾਂ ਬੇਨਤੀਆਂ ਹੀ ਕੀਤੀਆਂ ਜਿਹੜੀਆਂ ਕਬੂਲ ਹੁੰਦੀਆਂ ਹਨ, ਪਰ ਇਹ ਇਸ ਤਰ੍ਹਾਂ ਦੀਆਂ ਔਰਤਾਂ ਹੁੰਦੀਆਂ ਨੇ, ਕੁਲੱਖਣੀਆਂ ਹੁੰਦੀਆਂ ਨੇ, ਜਿਹੜੀਆਂ ਕਿ ਪਤੀ ਦਾ ਹੁਕਮ ਮੰਨਦੀਆਂ ਨੇ, ਸਗਾ ਉਹਨਾਂ ਦੇ ਉੱਤੇ ਹੁਕਮ ਚਲਾਉਂਦੀਆਂ ਨੇ। ਗੁਰ ਕੈ ਪਾਣੈ ਜੋ ਚੱਲੈ ਸਭ ਦੁੱਖ ਨਿਵਾਰਣ ਹਾਰ। ਤੇ ਪਰ ਇਹਨਾਂ ਦੇ ਵਿੱਚ ਤੇ ਜਿਹੜੀਆਂ ਗੁਰੂ ਦੇ ਹੁਕਮ ਦੇ ਵਿੱਚ ਚੱਲ ਰਹੀਆਂ ਨੇ, ਆਪਣੇ ਪਤੀ ਦੇ ਹੁਕਮ ਦੇ ਵਿੱਚ ਇਸ ਸੁਲੱਖਣੀਆਂ ਚੱਲ ਰਹੀਆਂ ਨੇ, ਉਹਨਾਂ ਦੇ ਵਿੱਚ ਫਰਕ ਇਹ ਹੁੰਦਾ, ਇਹ ਸਦਾ ਗਵਾਰ ਹੁੰਦੀਆਂ ਨੇ, ਇਹ ਸਦਾ ਇੱਥੇ ਆਪਣਾ ਜੀਵਨ ਅਜਾਈ ਗਵਾ ਕੇ ਜਾਂਦੀਆਂ ਨੇ। ਪਰ ਜਿਹੜੀਆਂ ਉਸ ਅਕਾਲ ਪੁਰਖ ਪਤੀ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਚੱਲਦੀਆਂ ਨੇ, ਉਹ ਸਾਰੇ ਦੁੱਖਾਂ ਨੂੰ ਖਤਮ ਕਰਕੇ ਸੁੱਖਾਂ ਤੇ ਆਨੰਦ ਵਾਲਾ ਜੀਵਨ ਬਤੀਤ ਕਰਦੀਆਂ ਹਨ। ਲਿਖਿਆ ਮੇਟ ਨ ਸਕੀਐ ਜੋ ਤੁਰ ਲਿਖਿਆ ਕਰਤਾਰ। ਪਰ ਇਹ ਜਿਹੜੀਆਂ ਨਿਰੰਕਾਰ ਸੱਚੇ ਪਾਤਸ਼ਾਹ ਦੇ ਹੁਕਮ ਦੇ ਵਿੱਚ ਚੱਲ ਰਹੀਆਂ ਨੇ, ਉਹਨਾਂ ਨੂੰ ਇਦੋਂ ਚੀਜ਼ ਦਾ ਪਤਾ ਹੁੰਦਾ ਵੀ ਜਿਹੜਾ ਲੇਖ ਸਾਡੇ ਮਾੜੇ ਲੇਖ ਅਸੀਂ ਫੂਕਣ ਵਾਸਤੇ ਆਇਆ, ਇਹ ਉਹ ਅਸੀਂ ਨਹੀਂ ਮੇਟ ਸਕਦੀਆਂ, ਅਸੀਂ ਨਹੀਂ ਮੇਟ ਸਕਦੀਆਂ, ਕਿਉਂਕਿ ਕਰਤਾਰ ਵਾਹਿਗੁਰੂ ਨੂੰ ਧੁਰੋਂ ਲਿਖਿਆ ਹੋਇਆ ਹੁੰਦਾ। ਪਰ ਜਦੋਂ ਉਹਦੇ ਹੁਕਮ ਦੇ ਅਧੀਨ ਹੋ ਕੇ ਚੱਲਦੀਆਂ ਨੇ, ਸੁਲੱਖਣੀਆਂ ਬਣ ਜਾਂਦੀਆਂ ਨੇ, ਉਹ ਵਾਹਿਗੁਰੂ ਅਕਾਲ ਪੁਰਖ ਨਿਰੰਕਾਰ ਉਹ ਲੇਖਾਂ ਦੀ ਨਿਵਰਤੀ ਕਰ ਦਿੰਦੇ ਨੇ, ਖਤਮ ਕਰ ਦਿੰਦੇ ਹਨ। ਮਨ ਤਨ ਸੌਂਪੈ ਕੰਤ ਕਉ ਸਭ ਦੇ ਤਰੇ ਪਿਆਰ। ਸਤਿਗੁਰਾਂ ਨੇ ਨਾਲ ਹੀ ਦੱਸ ਦਿੱਤਾ ਵੀ ਤੈਨੂੰ ਕਰਨਾ ਵੀ ਕੀ ਪੈਣਾ। ਕਹਿੰਦੇ ਮਨ ਤਨ ਸੌਂਪੇ, ਮਨ ਤੇ ਤਨ ਨੂੰ ਆਪਣੇ ਵਾਹਿਗੁਰੂ ਨੂੰ ਦੇ ਦੇ, ਸਿਰ ਵੀ ਨਾਲ ਹੀ ਦੇ ਦੇ, ਕਿਉਂਕਿ ਜੇ ਨਾ ਮਨ ਦੇਤਾ ਤਨ ਦੇਤਾ ਪਿੱਛੇ ਰਹਿ ਕੀ ਗਿਆ, ਕੁਛ ਨਹੀਂ ਰਹਿ ਗਿਆ। ਉਹ ਕਹਿੰਦੇ ਉਹਨੂੰ ਦੇ ਦੇ, ਤੇ ਜਿਹੜਾ ਉਹਦੇ ਵੱਲੋਂ ਤੈਨੂੰ ਸ਼ਬਦ ਬਖਸ਼ਿਸ਼ ਹੋਇਆ ਹੈ, ਉਹ ਸ਼ਬਦ ਦੇ ਨਾਲ ਅਟੁੱਟ ਪ੍ਰੇਮ ਪਾ ਲੈ। ਬਿਨ ਨਾਵੈ ਕਿਨੇ ਨਾ ਪਾਇਆ ਦੇਖੋ ਹਿਰਦੇ ਵਿਚਾਰ। ਪਰਮਾਤਮਾ ਨੂੰ ਵਾਹਿਗੁਰੂ ਦੀ ਬੰਦਗੀ ਤੋਂ ਬਗੈਰ, ਉਸ ਨਾਮ ਤੋਂ, ਉਸ ਸ਼ਬਦ ਤੋਂ ਬਗੈਰ ਕਿਸੇ ਨਹੀਂ ਪਾਇਆ। ਜਿੰਨਾ ਮਰਜੀ ਆਪਣੇ ਮਨ ਦੇ ਨਾਲ ਜਾਂ ਲੋਕਾਂ ਦੇ ਨਾਲ ਵਿਚਾਰ ਕਰਕੇ ਦੇਖ ਲਓ। ਨਾਨਕ ਸਾਸ ਵਾਲਿਓ ਸੁਲੱਖਣੀ ਜੇ ਰਾਵੀ ਸਿਰਜਣਹਾਰ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਨਾਨਕ ਸਾਸ ਸਵਾਲਿਓ ਸੁਲੱਖਣੀ, ਉਹ ਇਸਤਰੀ, ਉਹ ਸੁੰਦਰ ਔਰਤ, ਉਹ ਸੁੰਦਰ ਕਾਇਆ, ਉਹ ਸੁੰਦਰ ਆਤਮਾ ਸਲਾਹਣ ਦੇ ਯੋਗ ਹੈ, ਵਡਿਆਈ ਦੇ ਯੋਗ ਹੈ, ਜਿਹੜੀ ਕਿ ਉਹ ਆਪਣੇ ਪਤੀ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲਦੀ ਸ਼ੁਭ ਲੱਛਣਾਂ ਵਾਲੇ, ਸ਼ੁਭ ਕਰਮਾਂ ਵਾਲੀ ਬਣ ਜਾਂਦੀ ਹੈ। ਮਹਿਲਾ ਤੀਜਾ ਮਾਇਆ ਮੋਹ ਗੁਬਾਰ ਹੈ, ਤਿਸ ਦਾ ਨਾ ਦਿਸੈ ਉਰਵਾਰ ਨਾ ਪਾਰ। ਕਹਿੰਦੇ ਜਿਹੜੇ ਇਹ ਮਾਇਆ ਦਾ ਮੋਹ ਹੈ, ਮਾਇਆ ਦਾ ਜਿਹੜਾ ਪਿਆਰ ਹੈ, ਉਹ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਾਇਆ ਮੋਹ ਗਵਾਰ ਹੈ। ਇਹ ਤਾਂ ਭਾਈ ਗਵਾਰ ਕਹਿੰਦੇ ਨੇ ਹਨੇਰੇ ਨੂੰ, ਉਹ ਹਨੇਰਾ ਜਿਹੜਾ ਅਤ ਕੁੱਪ ਹਨੇਰਾ ਜਿਹਨੂੰ ਆਪਾਂ ਕਹਿੰਦੇ ਆ। ਤੇ ਕਹਿੰਦੇ ਵੀ ਇਹ ਜਿਹੜਾ ਮਾਇਆ ਦੇ ਮੋਹ ਦੇ ਵਿੱਚ ਜੀਵ ਫਸਿਆ, ਉਹ ਤਾਂ ਹਨੇਰੇ ਦੇ ਵਿੱਚ ਇਸ ਤਰ੍ਹਾਂ ਬੈਠਾ ਹੈ, ਨਾ ਉਹਨੂੰ ਉਰਲਾ ਕੰਢਾ ਦਿਸਦਾ ਤੇ ਨਾ ਹੀ ਪਰਲਾ ਦਿਸਦਾ, ਨਾ ਦਿਸੇ ਉਰਵਾਰ ਨਾ ਪਾਰ, ਨਾ ਉਸ ਨੂੰ ਇਧਰਲਾ ਪਾਰ ਦਾ ਕੋਈ ਕੰਢਾ ਦਿਸਦਾ, ਤੇ ਨਾ ਉਸ ਨੂੰ ਜਿਹੜਾ ਕਿ ਹਨੇਰੇ ਦੇ ਵਿੱਚ ਉਰਲਾ ਕੰਢਾ ਤੇ ਪਰਲਾ ਕੰਢਾ, ਇਹਨਾਂ ਦਾ ਕੋਈ ਗਿਆਨ ਜਾਂ ਨਾ ਹੀ ਦਿਸਦੇ ਹਨ। ਮਨ ਮੁਖ ਅਗਿਆਨੀ ਮਹਾ ਦੁਖ ਪਾਏਂਦੇ, ਡੁੱਬੇ ਹਰ ਨਾਮ ਵਿਸਾਰ। ਇਹ ਗਿਆਨਹੀਣ ਅਗਿਆਨੀ ਅੰਧੇਰੇ ਦੇ ਵਿੱਚ ਬੈਠੇ ਪੁਰਸ਼ ਜਿਹੜੇ ਨੇ, ਇਹ ਮੋਹ ਦੇ ਵਿੱਚ ਡੁੱਬੇ ਹੋਏ ਨੇ, ਮੋਹ ਦਾ ਤਲਾਅ ਆ, ਉਹਦੇ ਵਿੱਚ ਡੁੱਬੇ ਹੋਏ ਨੇ, ਪਰਮਾਤਮਾ ਨੂੰ ਭੁੱਲ ਚੁੱਕੇ ਨੇ। ਤੇ ਜਦੋਂ ਡੁੱਬੇ ਹਰ ਨਾਮ ਵਿਸਾਰ, ਤੇ ਮਹਾ ਦੁੱਖ ਪਾਉਂਦੇ ਨੇ। ਉਸ ਵੇਲੇ ਜਦੋਂ ਉਹ ਪਰਮਾਤਮਾ ਨੂੰ, ਵਾਹਿਗੁਰੂ ਨੇ ਸਭ ਦਾਤਾਂ ਦੇਣ ਵਾਲੇ ਨੂੰ, ਇਹ ਭੁੱਲ ਜਾਂਦੇ ਨੇ, ਵਿਸਾਰ ਕੇ ਬੈਠ ਜਾਂਦੇ ਹਨ। ਭਲ ਕੇ ਉਠ ਬਹੁ ਕਰਮ ਕਮਾਵੈ, ਦੂਜੈ ਭਾਏ ਪਿਆਰ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਜਿਸ ਵੇਲੇ ਨਵਾਂ ਦਿਨ ਚੜ੍ਹਿਆ, ਉਸ ਵੇਲੇ ਵੀ ਹੋਰ ਉਹੀ ਕੰਮ ਕਰਦੇ ਨੇ ਜਿਹੜੇ ਕਿ ਪ੍ਰਮਾਤਮਾ ਤੋਂ ਇਹਨਾਂ ਨੂੰ ਦੂਰ ਲੈ ਕੇ ਜਾਣ ਵਾਲੇ ਨੇ, ਮਾਇਆ ਦੇ ਨਾਲ। ਤੇ ਇਸ ਕਾਰਨ ਕਰਕੇ ਇਹਨਾਂ ਦੀ ਜਿਹੜੀ ਸੁਰਤੀ ਵਿਰਤੀ ਹੁੰਦੀ ਹੈ, ਉਹ ਫਿਰ ਹਰ ਵੇਲੇ ਹੀ ਚਿੰਤਾ ਦੇ ਰੋਗ ਦੇ ਵਿੱਚ ਫਸੀ ਰਹਿੰਦੀ ਹੈ। ਸਤਿਗੁਰ ਸੇਵੈ ਆਪਣਾ ਪਉ ਜਲ ਉਤਰੇ ਪਾਰ। ਜਿਨ੍ਹਾਂ ਨੂੰ ਇਦੂ ਚੀਜ਼ ਦਾ ਗਿਆਨ ਹੋ ਗਿਆ, ਫਿਰ ਸਤਿਗੁਰ ਸੱਚੇ ਪਾਤਸ਼ਾਹ ਦੀ ਸੇਵਾ ਕਰਦੇ ਨੇ, ਬੰਦਗੀ ਕਰਦੇ ਨੇ, ਤਾਂ ਉਹ ਇਹ ਭਵ ਸਾਗਰ ਵਿਕਾਰਾਂ ਦਾ ਜਿਹੜਾ ਸਮੁੰਦਰ ਹੈ,
ਉਸ ਤੋਂ ਗੁਰੂ ਦੀ ਕਿਰਪਾ ਦੇ ਨਾਲ ਉਹਦੇ ਨਾਮ ਦੇ ਨਾਲ ਆਪਣੀ ਜੀਵਨ ਬਾਜੀ ਨੂੰ ਜਿੱਤ ਕੇ ਇਸ ਸੰਸਾਰ ਤੋਂ ਪਾਰ ਉਤਾਰਾ ਹੋ ਜਾਂਦੇ ਹਨ। ਨਾਨਕ ਗੁਰਮੁਖ ਸੱਚ ਸਮਾਵੈ, ਸੱਚ ਨਾਮ ਉਰ ਧਾਰ। ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਗੁਰਮੁਖ ਨੇ ਉਹ ਸੱਚ ਦੇ ਵਿੱਚ ਸਮਾ ਜਾਂਦੇ ਨੇ। ਸੱਚਾ ਵਾਹਿਗੁਰੂ ਵੀ ਹੈ, ਸੱਚਾ ਉਸ ਦਾ ਨਾਮ ਵੀ ਹੈ, ਉਹਦੇ ਵਿੱਚ ਉਹ ਸਮਾ ਜਾਂਦੇ ਨੇ ਤੇ ਹਰ ਵੇਲੇ ਉਹ ਸੱਚੇ ਨਾਮ ਦੀ ਹੀ ਟੇਕ ਆਪਣੇ ਹਿਰਦੇ ਦੇ ਵਿੱਚ ਰੱਖਦੇ ਨੇ। ਔਰ ਕਹਿੰਦੇ ਨੇ ਹਿਰਦੇ ਨੂੰ ਤੇ ਜਿਹੜਾ ਧਾਰ ਹੈ ਉਹ ਉਸ ਨਾਮ ਨੂੰ ਉੱਥੇ ਦੇ ਹਿਰਦੇ ਦੇ ਵਿੱਚ ਵਸਾ ਕੇ ਕਹਿੰਦੇ ਉਹ ਸੱਚ ਦੇ ਵਿੱਚ ਸਮਾ ਜਾਂਦੇ ਨੇ, ਜਿਨ੍ਹਾਂ ਨੇ ਹਿਰਦੇ ਦੇ ਵਿੱਚ ਸੱਚੇ ਨਾਮ ਨੂੰ ਟਿਕਾ ਕੇ ਰੱਖਿਆ ਹੋਇਆ ਹੈ। ਪੌੜੀ ਹਰ ਜਲ ਥਲ ਮਈਲ ਭਰਪੂਰ, ਦੂਜਾ ਨਾਹੀ ਕੋਏ। ਧੰਨ ਗੁਰੂ ਰਾਮਦਾਸ ਮਹਾਰਾਜ ਆਖਦੇ ਨੇ ਵੀ ਉਹ ਪ੍ਰੀਤਮ, ਉਹ ਵਾਹਿਗੁਰੂ, ਉਹ ਨਿਰੰਕਾਰ ਜਲ। ਹਰ ਇੱਥੇ ਪਹਿਲਾਂ ਕਹਿਣਾ ਹਰ ਜਿਹੜਾ ਉਹ ਵਾਹਿਗੁਰੂ ਨੂੰ ਆਖਿਆ ਹੈ, ਪਤੀ ਪ੍ਰਮਾਤਮਾ ਨੂੰ ਆਖਿਆ ਹੈ, ਉਸ ਪਾਰ ਬ੍ਰਹਮ ਨੂੰ ਆਖਿਆ ਹੈ। ਕਹਿੰਦੇ ਉਹ ਜਲ ਦੇ ਵਿੱਚ, ਥਲ ਜਿਹੜਾ ਹੈ ਆਪਾਂ ਧਰਤੀ ਤੇ ਮਹੀਲ ਜਿਹੜਾ ਆਕਾਸ਼ ਹੈ, ਇਹਨਾਂ ਦੇ ਵਿੱਚ ਭਰਪੂਰ ਹੈ ਔਰ ਹਰ ਜਗ੍ਹਾ ਦੇ ਉੱਤੇ ਸਰਬ ਵਿਆਪਕ ਹੈ। ਉਹ ਇੱਕੋ ਹੀ ਹੈ, ਉਹਦੇ ਬਰੋਬਰ ਹੋਰ ਦੂਜਾ ਕੋਈ ਨਹੀਂ। ਹਰ ਆਪ ਬਹਿ ਕਰੇ ਨਿਆਉ, ਕੁੜਿਆਰ ਸਭ ਮਾਰ ਕਢੋਏ। ਵਾਹਿਗੁਰੂ ਜੀ ਸਾਰਿਆਂ ਨੂੰ ਦੇਖਦੇ ਨੇ, ਸਾਰਿਆਂ ਨੂੰ ਦੇਖ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਫੇਰ ਨਿਆਂ ਕਰਦੇ ਨੇ, ਸੱਚ ਦਾ ਇਨਸਾਫ ਕਰਦੇ ਨੇ ਤੇ ਜਿਹੜੇ ਕੱਚੇ ਪਿੱਲੇ ਹੁੰਦੇ ਨੇ ਨਾ ਉਹਨਾਂ ਨੂੰ ਮਾਰ ਕੇ ਭਜਾ ਦਿੰਦੇ ਨੇ। ਸਤਿਗੁਰ ਸੱਚੇ ਜੀ ਮਾਰ ਕਢੋਏ, ਮਾਰ ਕੇ ਬਾਹਰ ਕੱਢ ਦਿੰਦੇ ਨੇ ਆਪਣੇ ਦਰਬਾਰ ਚੋਂ, ਕਹਿੰਦੇ ਭੱਜੋ ਇੱਥੋਂ। ਸੋ ਇਸ ਕਾਰਨ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਆਪਾਂ ਨੂੰ ਸੋਝੀ ਬਖਸ਼ਦੇ ਨੇ ਭਈ ਉਹ ਦਰ ਜਿਹੜਾ ਹੈ ਉੱਥੇ ਸਿਰਫ ਜਿਹੜੇ ਸਚਿਆਰ ਨੇ ਉੱਥੇ ਸੱਚੋ ਹੀ ਸੱਚ ਨਿਬੜੇ, ਉੱਥੇ ਸੱਚ ਦਾ ਹੀ ਨਿਆਂ ਹੋਣਾ ਹੈ। ਤੇ ਨਹੀਂ ਤਾਂ ਜੇ ਅਸੀਂ ਇੱਥੇ ਆਣ ਕੇ ਪਖੰਡ ਕਰਦੇ ਰਹੇ ਉੱਥੋਂ ਕੁੱਟ ਕੇ ਕੱਢ ਦੇਣਾ ਉਹਨਾਂ ਨੇ ਬਾਹਰ। ਉਹਨਾਂ ਸਾਨੂੰ ਸੱਚਿਆਰਾਂ ਦੇ ਵਡਿਆਈ, ਹਰ ਧਰਮ ਨਿਆਉ ਕੀਓਏ। ਜੋ ਇਹ ਸੰਸਾਰ ਤੋਂ ਆਪਣੇ ਜੀਵਨ ਦੀ ਬਾਜੀ ਨੂੰ ਜਿੱਤ ਕੇ ਜਾਂਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਸੱਚਿਆਰਾਂ ਨੂੰ, ਮੁੱਖ ਉਜਲ ਵਾਲਿਆਂ ਨੂੰ ਨਿਰੰਕਾਰ ਜੀ ਵਡਿਆਈਆਂ ਦਿੰਦੇ ਨੇ। ਹਰ ਧਰਮ ਨਿਆਉ ਕਰੇ ਤੇ ਇਹ ਉਸ ਦਾ ਧਰਮ ਦਾ ਇਨਸਾਫ ਹੁੰਦਾ ਹੈ, ਇਹੀ ਉਸ ਸੱਚੇ ਦਾ ਇਨਸਾਫ ਹੈ। ਹਰ ਕੀ ਕਰੋ ਉਸਤਤ, ਜਿਨ ਗਰੀਬ ਅਨਾਥ ਰਾਖ ਲਿਓ। ਇਹ ਸੰਸਾਰ ਦੇ ਜੀਵੋ ਉਸ ਪ੍ਰਮਾਤਮਾ ਵਾਹਿਗੁਰੂ ਦੀ ਉਸਤਤ ਕਰੋ, ਵਡਿਆਈ ਕਰੋ, ਉਹਦੀ ਸੇਵਾ ਕਰੋ ਜਿਹਨੇ ਗਰੀਬ ਤੇ ਅਨਾਥਾਂ ਨੂੰ ਰੱਖ ਲਿਆ, ਜਿਨ੍ਹਾਂ ਦਾ ਸਹਾਇਕ ਆਪ ਹੋ ਗਿਆ। ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਡੰਡ ਦਿਓਏ। ਹੁਣ ਮਹਾਰਾਜ ਨੇ ਕੀ ਲੁਕੋ ਕੇ ਰੱਖ ਲਿਆ? ਕੁਝ ਨਹੀਂ, ਚੌਥੇ ਪਾਤਸ਼ਾਹ ਨੇ ਲੁਕੋਇਆ, ਸਿੱਧੀ ਗੱਲੀ ਕਹਿ ਦਿੱਤੀ। ਕਹਿੰਦੇ ਜੈਕਾਰ ਕੀਓ ਧਰਮੀਆਂ ਕਾ, ਜਿਹੜੇ ਇਦੂ ਸੰਸਾਰ ਦੇ ਉੱਤੇ ਆਪਣਾ ਜੀਵਨ ਦੀ ਬਾਜੀ ਨੂੰ ਜਿੱਤ ਕੇ ਜਾਂਦੇ ਨੇ ਉਹਨਾਂ ਦੀ ਇੱਥੇ ਵੀ ਵਡਿਆਈ ਹੁੰਦੀ ਹੈ ਤੇ ਉੱਤੇ ਵੀ ਜਾ ਕੇ ਸਤਿਗੁਰ ਪਰਲੋਕ ਦੇ ਵਿੱਚ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਉੱਚੀਆਂ ਤੇ ਸੁੱਚੀਆਂ ਪਦਵੀਆਂ ਦਿੰਦੇ ਨੇ। ਤੇ ਜਿਹੜੇ ਪਾਪੀ ਨੇ ਉਹਨਾਂ ਨੂੰ ਦੰਡ ਮਿਲਣਾ ਹੀ ਮਿਲਣਾ, ਇੱਥੇ ਵੀ ਮਿਲ ਰਿਹਾ ਆ। ਪਾਪ ਕਰਕੇ ਦੇਖ ਲਓ, ਜੇਲ੍ਹਾਂ ਖਾਲੀ ਨਹੀਂ ਹੋਈਆਂ, ਦੇਖੋ ਭਰੀਆਂ ਪਈਆਂ, ਕਿਸੇ ਤਰ੍ਹਾਂ ਦੇ ਪਾਪ ਕਰ ਲਓ ਤੇ ਉੱਥੇ ਵੀ ਜੇਲ੍ਹਾਂ ਨੇ, ਪਰ ਉਹ ਜੇਲ੍ਹਾਂ ਦਾ ਮਾਲਕ ਹੈ ਜਮਕਾਲ, ਜਮਰਾਜ। ਉਹ ਫੇਰ ਕੁੰਭੀ ਨਰਕਾਂ ਦੇ ਵਿੱਚ ਜਾ ਕੇ ਸਿੱਟਦਾ ਤੇ ਮਾਲਕ ਕਹਿੰਦੇ ਨੇ ਵੀ ਦੇਖ ਬੰਦਿਆ, ਬਾਰ-ਬਾਰ ਮੈਂ ਤੈਨੂੰ ਸਮਝਾਈ ਜਾਣਾ, ਬੰਦਗੀ ਕਰੇਗਾ ਤਾਂ ਤੇਰੀ ਜੈਕਾਰ, ਤੇਰੀ ਉੱਥੇ ਉਸਤਤ ਹੋਏਗੀ। ਪਾਪ ਕਰੇਗਾ ਤੇ ਫਿਰ ਨਰਕਾਂ ਦਾ ਵਸਨੀਕ ਬਣੇਗਾ। ਸ਼ਲੋਕ ਮਹਿਲਾ ਤੀਜਾ, ਮਨਮੁਖ ਮੈਲੀ ਕਾਮਣੀ, ਕੁਲਖਣੀ ਕੁਨਾਰ। ਇੱਥੇ ਫਿਰ ਸਤਿਗੁਰੂ ਜੀ ਔਰਤ ਦੇ ਰੂਪ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਦੇ ਨੇ। ਕਹਿੰਦੇ ਜਿਹੜੇ ਉਹ ਪਰਮਾਤਮਾ ਦੇ ਰਾਹ ਤੋਂ ਟੁੱਟ ਚੁੱਕੀਆਂ ਆਤਮਾਵਾਂ ਨੇ, ਜਿਨ੍ਹਾਂ ਨੇ ਉਸ ਬੰਦਗੀ ਵਾਲਾ ਰਾਹ ਛੱਡਿਆ ਹੋਇਆ, ਜਿਨ੍ਹਾਂ ਨੂੰ ਮਨਮੁਖਾਂ ਦਾ ਰੂਪ ਬਣਿਆ ਹੈ, ਉਹ ਸਦਾ ਹੀ ਮਨਮੁਖ ਮੈਲੀ ਕਾਮਣੀ, ਉਹ ਇੱਥੇ ਖੋਟੇ ਲੱਛਣੇ ਕਰੇਗੀ। ਕਾਮਣੀ ਮੈਲੀ ਬੁੱਧ ਹੋਏਗੀ ਉਹਦੀ। ਕੁਲੱਖਣੀ, ਕੁਨਾਰ, ਕੁਲੱਖਣੀ ਕਹਿੰਦੇ ਨੇ ਖੋਟੇ ਕਰਮ ਕਰਨ ਵਾਲੀ ਨੂੰ, ਕੁਨਾਰ ਕਹਿੰਦੇ ਨੇ ਭਾਈ ਉਸ ਨਾਰੀ ਨੂੰ ਜਿਹੜੀ ਨਿੰਦਣਯੋਗ ਹੈ,
ਜਿਹੜੀ ਭੈੜੇ ਕਰਮ ਕਰ ਰਹੀ ਹੋਵੇ। ਇੱਥੋਂ ਆਪਾਂ ਇਹ ਵੀ ਕਹਿ ਸਕਦੇ ਜੋ ਵੇਸਵਾਵਾਂ ਨੇ ਜਾਂ ਆਪਣੇ ਸਰੀਰ ਦੇ ਸੌਦੇ ਕਰਦੀਆਂ ਨੇ, ਉਹਨਾਂ ਬਾਰੇ ਮਹਾਰਾਜ ਵੀ ਇਹ ਵੀ ਇਹ ਗੱਲ ਕਹਿੰਦੇ ਨੇ ਕਿ ਉਹ ਇਦੂ ਸੰਸਾਰ ਦੇ ਉੱਤੇ ਨਿੰਦਣਯੋਗ ਹਨ। ਫਿਰ ਛੋੜਿਆ ਕਰ ਆਪਣਾ ਪਰ ਪੁਰਖੈ ਨਾਲ ਪਿਆਰ। ਤੇ ਆਪਣੇ ਸਹੀ ਪਤੀ ਨੂੰ ਤਾਂ ਛੱਡ ਕੇ ਵੀ ਦੂਸਰੇ ਪਤੀਆਂ ਦੇ ਨਾਲ, ਦੂਸਰੇ ਬੰਦਿਆਂ ਦੇ ਨਾਲ ਉਹ ਬੜਾ ਜਾ ਕੇ ਪਿਆਰ ਕਰਦੀਆਂ ਹਨ। ਹੁਣ ਇੱਥੇ ਇੱਕ ਹੋਰ ਆਪਾਂ ਇਹਨਾਂ ਦੋਨਾਂ ਨੂੰ ਇਕੱਠੇ ਕਰ ਲਈਏ। ਕਹਿੰਦੇ ਉਹ ਮਤ, ਉਹ ਬੁੱਧ, ਉਹ ਆਤਮਾ ਕਦੀ ਵੀ ਸਤਿਗੁਰ ਨੂੰ ਪ੍ਰਵਾਨ ਨਹੀਂ ਹੋ ਸਕਦੀ ਜਿਹੜੀ ਸਤਿਗੁਰ ਦੇ ਹੁਕਮ ਦੇ ਵਿੱਚ ਨਹੀਂ ਚੱਲ ਰਹੀ, ਜਿਹੜੀ ਹੁਕਮ ਸਤਿਗੁਰ ਦੇ ਭਾਣੇ ਦੇ ਵਿੱਚ ਨਹੀਂ ਚੱਲ ਰਹੀ, ਜਿਹੜੀ ਇੱਥੇ ਆਣ ਕੇ ਸਤਿਗੁਰ ਦੀਆਂ ਬਖਸ਼ਿਸ਼ਾਂ ਨੂੰ ਪਹਿਚਾਣ ਕੇ ਉਹਦੀ ਵਡਿਆਈ ਨਹੀਂ ਕਰ ਰਹੀ। ਉਹ ਕੀ ਕਰਦੀ ਹੁੰਦੀ, ਕਿੱਦਾਂ ਦੀ ਹੁੰਦੀ ਹੈ? ਮਹਾਰਾਜ ਕਹਿੰਦੇ ਨੇ ਭਈ ਜਿਸ ਤਰ੍ਹਾਂ ਇੱਕ ਵਾਹਿਗੁਰੂ ਨੂੰ ਛੱਡ ਕੇ ਜਾਂ ਤਾਂ ਮੜੀਆਂ ਮਸਾਣਾ ਤੇ ਚਲ ਜਾਂਦੀ ਆ, ਜਾਂ ਧਾਗੇ ਤਵੀਤਾਂ ਦੇ ਕੋਲ ਚਲ ਜਾਂਦੀ, ਜਾਂ ਟੇਬਲ ਬਣਾਉਣ ਵਾਲਿਆਂ ਦੇ ਕੋਲ, ਜਾਦੂ ਮੰਤਰਾਂ ਦੇ ਕੋਲ ਉਹ ਚਲੇ ਜਾਂਦੇ, ਧਾਗੇ ਤਵੀਤ ਬਣਾਉਣੇ ਸ਼ੁਰੂ ਕਰ ਦਿੰਦੀਆਂ। ਕਹਿੰਦੀਆਂ ਵੀ ਇਹ ਜਿਸ ਤਰ੍ਹਾਂ ਦੀਆਂ ਜਿਹੜੀਆਂ ਹੁੰਦੀਆਂ ਨਾ ਔਰਤਾਂ ਜਾਂ ਆਤਮਾਵਾਂ, ਉਹਨਾਂ ਨੂੰ ਕਦੀ ਵੀ ਸੁੱਖ ਪ੍ਰਾਪਤ ਨਹੀਂ ਹੁੰਦਾ। ਤ੍ਰਿਸ਼ਨਾ ਕਦੇ ਨਾ ਚੁਕਈ ਜਲਦੀ ਕਰੇ ਪੁਕਾਰ। ਉਹਨਾਂ ਦੀ ਤ੍ਰਿਸ਼ਨਾ ਕਦੀ ਵੀ ਖਤਮ ਨਹੀਂ ਹੁੰਦੀ, ਹਰ ਵੇਲੇ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਜਲਦੀਆਂ ਹੀ ਰਹਿੰਦੀਆਂ ਹਨ। ਨਾਨਕ ਬਿਨ ਨਾਵੇਂ ਕਰੂਪ ਕੋ ਸੋਹਣੀ ਪਰ ਹਰ ਛੋਡੀ ਪਤਾਰ। ਨਿਰੰਕਾਰ ਸੱਚੇ ਵਾਹਿਗੁਰੂ ਜੀ ਕਹਿੰਦੇ ਨੇ ਕਿ ਨਾਨਕ ਬਿਨ ਨਾਮੇ ਕਰੂਪ ਕੋ ਸੋਹਣੀ। ਹਰ ਇੱਕ ਨੂੰ ਇਹਦੇ ਵਿੱਚ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਨੇ ਗਿਣਿਆ। ਕਹਿੰਦੇ ਜਿਹੜੇ ਉਹ ਟੁੱਟ ਚੁੱਕੀਆਂ ਨੇ, ਨਾਮ ਤੋਂ ਆਤਮਾਵਾਂ ਟੁੱਟ ਚੁੱਕੀਆਂ ਨੇ, ਜਿਨ੍ਹਾਂ ਨੇ ਪਰਮਾਤਮਾ ਦੇ ਗੁਣ ਨਹੀਂ ਇੱਥੇ ਸੰਸਾਰ ਦੇ ਉੱਤੇ ਆਣ ਕੇ ਗਾਏ, ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਗੱਲ ਕਰਦੇ ਨੇ। ਕਹਿੰਦੇ ਨੇ ਵੀ ਉਹ ਇੱਥੇ ਆਣ ਕੇ ਕਰੂਪ ਬਣਦੀਆਂ ਨੇ। ਕਰੂਪ ਕਹਿੰਦੇ ਨੇ ਜਿਹੜੀਆਂ ਦੇਖਣ ਨੂੰ ਚੰਗੀਆਂ ਹੀ ਨਾ ਹੋਣ। ਕਸੋਹਣੀ ਭਾਵੇਂ ਸੁੰਦਰਤਾ ਬਾਹਰਲੀ ਹੋਵੇ ਪਰ ਦੇਖਣ ਨੂੰ ਉਹ ਸੁੰਦਰਤਾ ਤੋਂ ਵੀ ਰਹਿਤ ਰਹਿੰਦੀਆਂ ਨੇ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸੁੰਦਰਤਾ ਨਹੀਂ ਹੁੰਦੀ। ਕੌਣ? ਜਿਨ੍ਹਾਂ ਨੇ ਪਰ ਹਰ ਛੋੜ ਪਧਾਰ, ਜਿਨ੍ਹਾਂ ਨੇ ਆਪਣੇ ਪਤੀ ਨੂੰ ਛੱਡ ਕੇ ਦੂਸਰਾਂ ਦੇ ਨਾਲ ਪਿਆਰ ਪਾ ਲਿਆ। ਮਹਿਲਾ ਤੀਜਾ ਸ਼ਬਦ ਰਤੀ ਸੁਹਾਗਣੀ ਸਤਿਗੁਰ ਕੈ ਪਾਏ ਪਿਆਰ। ਉਹ ਸੁਹਾਗਣਾ, ਉਹ ਆਤਮਾਵਾਂ ਨਿਰੰਕਾਰ ਦੇ ਦਰ ਤੇ ਪ੍ਰਵਾਨ ਹੁੰਦੀਆਂ ਨੇ ਭਾਈ, ਜਿਹੜੀਆਂ ਸ਼ਬਦ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਨੇ ਤੇ ਸਤਿਗੁਰ ਦੇ ਨਾਲ ਅਟੁੱਟ ਉਹਨਾਂ ਦਾ ਪਿਆਰ ਪਿਆ ਹੁੰਦਾ ਹੈ। ਸਦਾ ਰਾਵੇ ਪਿਰੇ ਆਪਣਾ ਸੱਚਾ ਪ੍ਰੇਮ ਪਿਆਰ। ਸਦਾ ਆਪਣੇ ਪਤੀ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਉਹ ਆਪਣਾ ਜੀਵਨ ਬਤੀਤ ਕਰਦੀਆਂ ਤੇ ਉਸ ਦੇ ਨਾਲ ਅਟੁੱਟ ਪ੍ਰੇਮ ਪਾ ਕੇ ਆਨੰਦ ਵਾਲਾ ਜੀਵਨ ਭੋਗਦੀਆਂ ਹਨ। ਅਤ ਸਵਾਲਿਓ ਸੁੰਦਰੀ ਸੋਭਾਵੰਤੀ ਨਾਰ। ਉਹ ਜਿਹੜੀ ਆਤਮਾ ਹੈ, ਉਹ ਜਿਹੜੀ ਨਾਰ ਹੈ, ਅਤ ਸਵਾਲਿਓ ਅਤੀ ਸੁੰਦਰ ਹੈ। ਅਤ ਸਵਾਲਿਓ ਬਹੁਤ ਸੁੰਦਰ ਹੈ ਤੇ ਸੋਭਾ ਵਾਲੀ ਤੇ ਸਹਲਾਉਣ ਦੇ ਜੋਗ ਵਾਲੀ ਹੁੰਦੀ ਹੈ। ਨਾਨਕ ਨਾਮ ਸੁਹਾਗਣੀ ਮੇਲੀ ਮੇਲਣ ਹਾਰ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਨਾਮ ਦੇ ਰੰਗ ਦੇ ਵਿੱਚ ਰੰਗ ਕੇ ਸੁਹਾਗਣੀ ਬਣੀ ਤੇ ਕਿਰਪਾ ਕੀਤੀ ਕਿਹਨੇ? ਉਹ ਮੇਲਣਹਾਰ ਪ੍ਰਭੂ ਨੇ। ਕਿਹੜੀ ਕਿਰਪਾ ਕੀਤੀ? ਆਪਣੇ ਵਿੱਚ ਹੀ ਉਸ ਨੂੰ ਅਭੇਦ ਕਰ ਲਿਆ। ਪੌੜੀ ਹਰ ਤੇਰੀ ਸਭ ਕਰ ਹੈ ਉਸਤਤ ਜਿਨ ਫਾਥੇ ਕਾਢਿਆ। ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਇਹ ਸੰਸਾਰ ਦੇ ਜੀਵੋ ਪਰਮਾਤਮਾ ਦੇ ਮੂਹਰੇ ਖੜ ਕੇ ਅਰਦਾਸ ਕਰੋ। ਅਰਦਾਸ ਕਰ ਰਹੇ, ਆਪਾਂ ਵੀ ਅਰਦਾਸਾਂ ਕਰ ਰਹੇ ਹਾਂ। ਹਰ ਤੇਰੀ ਸਭ ਕਰੇ ਉਸਤਤ, ਹੈ ਮੇਰੇ ਪਰਮਾਤਮਾ ਵਾਹਿਗੁਰੂ ਨਿਰੰਕਾਰ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀਓ ਸਾਰਾ ਸੰਸਾਰ ਹੀ ਆਪ ਜੀ ਦੀ ਉਸਤਤ ਕਰ ਰਿਹਾ। ਕੌਣ? ਜਿਨ੍ਹਾਂ ਨੂੰ ਗਿਆਨ ਹੋ ਗਿਆ ਕਿ ਉਹ ਇਸ ਮੋਹ ਮਾਇਆ ਦੇ ਜਾਲ ਦੇ ਵਿੱਚੋਂ ਬਚਾ ਕੇ ਸਾਨੂੰ ਭਵ ਸਾਗਰ ਤੋਂ ਪਾਰ ਲਾ ਦਿੰਦੇ ਹਨ। ਹਰ ਤੁਧਨੋ ਕਰੇ ਸਭ ਨਮਸਕਾਰ ਜਿਨ ਪਾਪੈ ਤੇ ਰਾਖਿਆ। ਪ੍ਰੀਤਮ ਜੀ ਸਾਰੇ ਆਪ ਨੂੰ ਉਹ ਨਮਸਕਾਰ ਕਰਦੇ ਨੇ ਜਿਨ੍ਹਾਂ ਨੂੰ ਗਿਆਨ ਹੋ ਗਿਆ ਕਿ ਜਿਹੜੇ ਇੱਥੇ ਮਹਾ ਪਾਪ ਨੇ, ਜਿਹੜੇ ਪ੍ਰਮਾਤਮਾ ਸੱਚੇ ਪਾਤਸ਼ਾਹ ਦੇ ਕੋਲੋਂ ਦੂਰੀ ਪਾ ਕੇ ਸਾਨੂੰ ਨਰਕਾਂ ਦੇ ਵਿੱਚ ਲੈ ਕੇ ਜਾਂਦੇ ਨੇ, ਉਹਨਾਂ ਪਾਪਾਂ ਤੋਂ ਹੱਥ ਦੇ ਕੇ ਰੱਖਣ ਵਾਲਾ ਪ੍ਰੀਤਮ ਜਿਹੜਾ ਹੈ ਉਸ ਨੂੰ ਸਾਰੇ ਨਮਸਕਾਰ ਕਰਦੇ ਹਨ। ਹਰ ਨਿਮਾਣਿਆ ਤੂੰ ਮਾਣ ਹਰ ਡਾਡੀ ਹੂੰ ਤੂੰ ਡਾਡਿਆ। ਇਹ ਵਾਹਿਗੁਰੂ ਤੁਸੀਂ ਤਾਂ ਸਾਰੇ ਨਿਮਾਣਿਆਂ ਨੂੰ ਮਾਣ ਦੇਣ ਵਾਲੇ ਹੋ। ਜਿਹੜੇ ਤੇਰੇ ਬਣ ਜਾਂਦੇ ਨੇ ਨਿਮਾਣੇ ਹੁੰਦੇ ਨੇ ਉਹਨਾਂ ਨੂੰ ਤੁਸੀਂ ਮਾਣ ਦੇ ਦਿੰਦੇ ਹੋ ਤੇ ਤੁਸੀਂ ਡਾਢੇ ਹੋ।
ਡਾਢੇ ਦਾ ਮਤਲਬ ਹੁੰਦਾ ਤੁਸੀਂ ਸਭ ਤੋਂ ਉੱਚੇ ਤੇ ਸੁੱਚੇ ਹੋ, ਤੁਸੀਂ ਹੀ ਸਾਰਿਆਂ ਦੇ ਰਖਵਾਲੇ ਹੋ। ਹਰ ਹੰਕਾਰੀਆਂ ਮਾਰ ਨਿਵਾਏ, ਮਨ ਮੁਖ ਮੂੜ ਸਾਧਿਆ। ਵਾਹਿਗੁਰੂ ਤੁਹਾਨੂੰ ਤੁਸੀਂ ਕਹਿੰਦੇ ਜਿਹੜੇ ਹੰਕਾਰ ਦੇ ਵਿੱਚ ਤੁਰੇ ਫਿਰਦੇ ਨੇ ਉਹਨਾਂ ਨੂੰ ਕੁੱਟ-ਕੁੱਟ ਕੇ ਮਨਾ ਲੈਂਦੇ ਨੇ। ਮਾਰ ਨਿਵਾਏ ਕਹਿੰਦੇ ਬਈ ਉਹਨਾਂ ਨੂੰ ਹੰਕਾਰੀਆਂ ਨੂੰ ਡੰਡੇ ਮਾਰ ਕੇ ਉਹਨਾਂ ਨੀਵੇਂ ਕਰ ਲੈਂਦੇ ਮਹਾਰਾਜ ਸੱਚੇ ਪਾਤਸ਼ਾਹ। ਤੇ ਮਨਮੁਖ ਮੂੜ ਸਾਧਿਆ। ਤੇ ਕਈ ਵਾਰ ਕੀ ਹੁੰਦਾ ਜਦੋਂ ਫਿਰ ਉਹ ਜਿਹਨੂੰ ਡੰਡੇ ਪਏ ਹੁੰਦੇ ਨਾ ਉਸ ਨੂੰ ਸੋਝੀ ਆ ਜਾਂਦੀ ਹੈ, ਉਹ ਫਿਰ ਮਨਮੁਖ ਜਿਹੜਾ ਹੈ ਉਹ ਡੰਡੇ ਖਾ ਕੇ ਜਿੱਦਾਂ ਹੁਣ ਕੋਈ ਪਸ਼ੂ ਜਿਹੜਾ ਹੋਵੇ ਥੋੜਾ ਅੜਬ ਹੋਵੇ ਆਪਣੀ ਰਾਹ ਦੇ ਉੱਤੇ ਤਾਂ ਹੋਵੇ ਤੇ ਜਿਹੜਾ ਜ਼ਿਮੀਂਦਾਰ ਹੈ ਜਾਂ ਪਸ਼ੂ ਦਾ ਮਾਲਕ ਹੁੰਦਾ ਹੈ ਉਹ ਵੀ ਡੰਡੇ ਮਾਰ ਕੇ ਉਹਨੂੰ ਇੱਕ ਦਿਨ ਟਿਕਾਣੇ ਲੈ ਹੀ ਆਉਂਦਾ। ਇੱਥੇ ਤੱਕ ਵੀ ਤੁਸੀਂ ਦੇਖਿਆ ਹੋਏਗਾ ਜਿਹੜੇ ਕਿ ਸ਼ੇਰਾਂ ਨੂੰ ਜਾਂ ਹਾਥੀਆਂ ਨੂੰ ਉਹਨਾਂ ਨੂੰ ਵੀ ਉਹ ਦੁੱਖ ਤਕਲੀਫਾਂ ਦੇ ਕੇ ਹੋਰ ਤਰ੍ਹਾਂ ਦੇ ਸਾਧਨ ਸਿਖਾਏ ਲੈਂਦੇ, ਸਰਾਹ ਤੇ ਲੈ ਹੀ ਆਉਂਦੇ ਨੇ। ਸਰਕਸ ਦੇ ਵਿੱਚ ਵੀ ਤੁਸੀਂ ਬੇਅੰਤ ਵਾਰ ਦੇਖਿਆ ਹੋਗਾ। ਮਹਾਰਾਜ ਵੀ ਇੱਥੇ ਕਹਿੰਦੇ ਨੇ ਕਿ ਜੇ ਕੀ ਕਰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਹੜੇ ਇਹ ਹੰਕਾਰੀਆਂ ਨੇ ਇਹਨਾਂ ਨੂੰ ਡੰਡੇ ਮਾਰ ਕੇ ਰਸਤੇ ਦੇ ਉੱਤੇ ਲੈ ਹੀ ਆਉਂਦੇ ਨੇ। ਤੇ ਜਿਹੜੇ ਰਸਤੇ ਦੇ ਉੱਤੇ ਆ ਜਾਂਦੇ ਨੇ ਮੂਰਖ, ਉਹਨਾਂ ਨੂੰ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਗਿਆਨ ਦੇ ਕੇ ਸਿੱਧਾ ਮਾਰਗ ਦਿਖਾ ਦਿੰਦੇ ਹਨ। ਹਰ ਭਗਤਾਂ ਦੇ ਵਡਿਆਈ, ਗਰੀਬ ਅਨਾਥਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਭਗਤਾਂ ਨੂੰ, ਆਪਣੇ ਪਿਆਰਿਆਂ ਨੂੰ ਸਤਿਗੁਰ ਜੀ ਵਡਿਆਈਆਂ ਸੰਸਾਰ ਤੇ ਵੀ ਦਿੰਦੇ ਨੇ ਤੇ ਪਰਲੋਕ ਦੇ ਵਿੱਚ ਵੀ ਦਿੰਦੇ ਨੇ। ਤੇ ਉਹ ਐਸਾ ਵਾਹਿਗੁਰੂ ਮਿਹਰਬਾਨ ਦਿਆਲੂ ਕਰਵਾਲਾ ਜਿਹੜਾ ਇਹ ਗਰੀਬ ਤੇ ਅਨਾਥਾਂ ਨੂੰ ਵਡਿਆਈਆਂ ਦੇਣ ਵਾਲੇ ਨੇ, ਉਹਨਾਂ ਦੀ ਰੱਖਿਆ ਕਰਨ ਵਾਲੇ ਨੇ। ਸਤਿਗੁਰ ਮਿਹਰ ਕਰੇ ਅੱਜ ਦੀ ਸੇਵਾ ਆਪ ਜੀ ਨੇ ਇੰਨੀ ਹੀ ਪ੍ਰਵਾਨ ਕਰ ਲੈਣੀ। ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਦੀ ਵਡਿਆਈ ਉਸਤਤ ਕਰਦਿਆਂ ਹੋਇਆਂ ਤੋਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ। ਗੁਰੂ ਕੀ ਸੰਗਤ ਬਖਸ਼ੰਦ ਹੈ, ਕਿਰਪਾ ਕਰਨੀ, ਬਖਸ਼ ਲੈਣਾ ਇਹ ਸੇਵਾ ਨੂੰ ਵੀ ਥਾਏ ਪ੍ਰਵਾਨ ਕਰ ਲੈਣਾ ਭਾਈ। ਔਰ ਜੇ ਇਹਦੇ ਵਿੱਚੋਂ ਆਪ ਜੀ ਨੂੰ ਕੁਝ ਪ੍ਰਾਪਤ ਹੋਵੇ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦਾ ਹੱਥ ਜੋੜ ਕੇ ਅਸੀਂ ਸ਼ੁਕਰਾਨਾ ਕਰੀਏ ਵੀ ਇਹ ਮੇਰੇ ਮਾਲਕਾ ਸਾਨੂੰ ਵੀ ਸ਼ਬਦ ਵਿੱਚ ਮਰਨ ਦੀ ਜਾਚ ਸਿਖਾ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।